ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਾਧ ਸੰਗਤ ਜੀ ਬਹਿ ਜਾਓ ਪਿਆਰ ਨਾਲ। ਕਿ ਮਹਾਂਪੁਰਖਾਂ ਨੇ ਬੜਾ ਉਦਮ ਕਰਕੇ ਇਹ ਸਮਾਂ ਬਣਾਇਆ। ਹੁਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਹੁਕਮ ਆ, ਉਹਦੀ ਵਿਚਾਰਧਾਰਾ ਹੋਣੀ ਆ। ਤੇ ਸਾਰੀ ਸੰਗਤ ਨੂੰ ਬੇਨਤੀ ਹੈ, ਜਿਹੜੀ ਦਹਿਣੇ ਵਾਂਝ ਵੀ ਘੁੰਮਦੀ ਹੈ, ਆ ਕੇ ਪੰਡਾਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ 'ਚ ਸੱਜ ਜਾਓ। ਆਪਾਂ ਪਿਆਰ ਨਾਲ ਗੁਰੂ ਮਹਾਰਾਜ ਦੀ ਬਾਣੀ ਦੀ ਵਿਚਾਰ ਸਰਵਣ ਕਰ ਸਕੀਏ। ਕਿਉਂਕਿ ਮੈਂ ਮੰਗਲਾਚਾਰ ਕਰਨਾ ਸੀ, ਤੁਸੀਂ ਫਿਰ ਉੱਠ ਪਏ, ਤਾਂ ਹੀ ਵਿੱਚੋਂ ਬੋਲਣਾ ਪਿਆ। ਜਿੰਨੀ ਵੀ ਸੰਗਤ ਬਾਹਰ ਵਿਚਰ ਰਹੀ ਹੈ, ਉਹਨਾਂ ਨੂੰ ਵੀ ਬੇਨਤੀ ਹੈ, ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿੰਦੇ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਹੁੰਦੀ ਹੈ, ਉਦੋਂ ਫਿਰ ਬੈਠਦੇ ਨਹੀਂ। ਗੁਰੂ ਤਾਂ ਹੀ ਆ ਜੇ ਗੁਰੂ ਦੀ ਗੱਲ ਸੁਣ ਲਈਏ। ਸੁਣਨੀ ਆ, ਮੰਨਣੀ ਆ, ਕਮਾਈ ਕਰਨੀ ਆ। ਇਸ ਕਰਕੇ ਪਿਆਰ ਨਾਲ ਸਾਰੇ ਸੱਜ ਜਾਓ। ਥੋੜ੍ਹਾ ਹੀ ਟਾਈਮ ਆ, ਜਦੋਂ ਤੁਹਾਡਾ ਮਨ ਟਿਕਿਆ ਰਹੂਗਾ ਉਤਨੀ ਦੇਰ ਤੇ ਬੇਨਤੀਆਂ ਕਰਾਂਗੇ ਅਤੇ ਸੱਚੇ ਪਾਤਸ਼ਾਹ ਕਿਰਪਾ ਕਰਨ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਨਾ ਨਿਧਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਸਤਿਗੁਰੂ ਜੀ ਦੇ ਦਰਬਾਰ 'ਚੋਂ ਬਰੋ ਸਾਹਿਬ ਮਹਾਂਪੁਰਖ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਆਪ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਇਹ ਕਿਤਨਾ ਸੁੰਦਰ ਸਮਾਗਮ ਮਹਾਂਪੁਰਖਾਂ ਵੱਲੋਂ ਰਚਾਇਆ ਜਾ ਰਿਹਾ। ਸ਼੍ਰੀਮਾਨ ਸੰਤ ਬਾਬਾ ਇਕਬਾਲ ਸਿੰਘ ਜੀ ਔਰ ਕਾਕਾ ਜੀ, ਸਾਰੇ ਸੇਵਾਦਾਰ, ਨਗਰ ਪੰਚਾਇਤ, ਸਾਰੀਆਂ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਕਿੰਨੀ ਸ਼ਰਧਾ ਭਗਤੀ ਦੇ ਨਾਲ 10 ਤਰੀਕ ਤੋਂ ਲੈ ਕੇ 17 ਤਰੀਕ ਤੱਕ ਇਹ ਸਮਾਗਮ ਰੱਖਿਆ। ਨਗਰ ਕੀਰਤਨ 'ਚ ਆਪ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਲਾਹੇ ਲਏ ਹਨ। ਸੋ ਸੰਗਤ ਵੱਲੋਂ ਮੇਰਾ ਪ੍ਰੋਗਰਾਮ 12 ਮਾਰਚ ਰੱਖਿਆ ਸੀ, 12 ਤੋਂ 2 ਵਜੇ ਤਾਈਂ। ਉਸ ਦਿਨ ਕੁਦਰਤੀ ਸ਼੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ, ਉਹਨਾਂ ਦੀ ਸਾਲਾਨਾ ਬਰਸੀ ਸੀ। ਇਸ ਕਰਕੇ ਸੰਗਤ ਤੋਂ ਖਿਮਾ ਮੰਗਦੇ ਹਾਂ, ਉਸ ਦਿਨ ਹਾਜ਼ਰੀ ਨਹੀਂ ਭਰ ਸਕੇ। ਫਿਰ ਸੰਗਤ ਨੇ
ਹੁਕਮ ਕੀਤਾ ਕਿ ਅੰਮ੍ਰਿਤ ਵੇਲੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਹੁਕਮ ਹੋਵੇ ਉਸ ਦੀ ਵਿਚਾਰ ਕੀਤੀ ਜਾਏ, ਸੰਗਤਾਂ ਵੀ ਲਾਭ ਲੈਣ, ਦਾਸ ਨੂੰ ਵੀ ਲਾਭ ਮਿਲੇ, ਇਹ ਸਮਾਂ ਸਫਲ ਹੋਵੇ। ਇੱਕ ਤਾਂ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਜਦੋਂ ਅਸੀਂ ਸਵੇਰੇ ਉੱਠ ਕੇ ਕਰਮ ਕਿਰਿਆ ਕਰਕੇ, ਇਸ਼ਨਾਨ ਕਰਕੇ ਨਾਮ ਬਾਣੀ ਨਾਲ ਜੁੜਦੇ ਹਾਂ, ਕਥਾ ਕੀਰਤਨ 'ਚ ਹਾਜ਼ਰੀ ਭਰਦੇ ਹਾਂ, ਇਹ ਵੀ ਅੰਮ੍ਰਿਤ ਵੇਲਾ ਹੈ। ਇਹ ਮਨੁੱਖ ਜਨਮ ਇਹ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਿਲਿਆ, ਔਰ ਇਸ ਪ੍ਰਕਾਰ ਇਹ ਸਮਾਂ ਭਾਗਾਂ ਨਾਲ ਮਿਲਦਾ ਹੈ। ਜਿਹੜੇ ਮੁਸਲਮਾਨੀ ਮੱਤ ਵਾਲੇ ਆ ਉਹ 5 ਨਮਾਜ਼ਾਂ ਕਰਦੇ ਹਨ, ਅਤੇ ਸਨਾਤਨੀ ਮੱਤ ਵਾਲੇ 3 ਸੰਧਿਆ। ਪਰ ਗੁਰੂ ਘਰ ਵਿੱਚ ਸਤਿਗੁਰੂ ਦਾ ਜਿਹੜਾ ਉਪਦੇਸ਼, ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਸਭੋ ਵਕਤ ਸਭੋ ਕਰ ਬੇਲਾ, ਖਾਲਕ ਜਾਦ ਦਿਲੈ ਮੈਂ ਮੌਲਾ। ਜੇ ਬੇਲਾ ਵਕਤ ਵਿਚਾਰੀਏ, ਕਿਤ ਵੇਲੇ ਭਗਤ ਹੋਏ। ਬੇਲਿਆਂ ਨਾਲ ਨਹੀਂ ਬਣਿਆ, ਮਹਾਰਾਜ ਕਹਿੰਦੇ ਹਰ ਵੇਲੇ, ਸਵਾਸ ਸਵਾਸ, ਕਿਉਂਕਿ ਨਿਰੰਕਾਰ ਨੇ ਸਾਨੂੰ ਇੱਕ ਪੂੰਜੀ ਦਿੱਤੀ ਹੈ, ਉਹ ਪੂੰਜੀ ਹੈ ਸਵਾਸਾਂ ਦੀ। 24,000 ਸਵਾਸ ਬਖਸ਼ੇ ਹੈ। ਸਿਆਣੇ ਪੁਰਸ਼ਾਂ ਦਾ ਖਿਆਲ ਹੈ ਅਤੇ 21,600 ਤੱਕ ਸਵਾਸ ਇਨਸਾਨ ਤਕਰੀਬਨ ਲੈਂਦਾ ਹੀ ਹੈ। ਹੁਣ ਇਹ ਜਿਹੜੇ ਸਵਾਸ ਹੈ ਇਹ ਉਹਦੀ ਕਿਰਪਾ ਨਾਲ ਮਿਲੇ ਆ। ਜਿਵੇਂ ਕੋਈ ਬੱਚਾ ਮੇਲੇ 'ਚ ਜਾਂਦਾ ਹੈ, ਪਿਤਾ ਉਹਨੂੰ ਕੋਈ ਮਾਇਆ ਦਿੰਦਾ ਹੈ, ਸਿਆਣਾ ਪਿਤਾ ਪੁੱਛਦਾ ਵੀ ਤੂੰ ਜੂਆ ਤਾਂ ਨਹੀਂ ਖੇਲਿਆ, ਇਸ ਮਾਇਆ ਨਾਲ ਕੋਈ ਨਸ਼ਾ ਪੱਤਾ ਤਾਂ ਨਹੀਂ ਵਰਤਿਆ, ਅਤੇ ਜਾਂ ਇਸ ਮਾਇਆ ਦੁਆਰਾ ਕੋਈ ਪੁੰਨਦਾਨ ਕੀਤਾ, ਕੋਈ ਧਰਮ ਗ੍ਰੰਥ ਖਰੀਦ ਕੇ ਲਿਆਇਆ, ਕੋਈ ਸ਼ਸਤਰ ਵਸਤਰ ਖਰੀਦ ਕੇ ਲਿਆਇਆ, ਲੋੜਕਾਰਾਂ ਦੀ ਸੇਵਾ 'ਚ ਵਰਤੀ ਹੈ। ਜੇ ਤਾਂ ਉਸ ਮਾਇਆ ਨੂੰ ਉਹ ਯੋਗ ਜਗ੍ਹਾ ਵਰਤੇ, ਫਿਰ ਪਿਤਾ ਵੱਲੋਂ ਆਸ਼ੀਰਵਾਦ ਵੀ ਮਿਲਦੀ ਹੈ, ਹੋਰ ਮਾਇਆ ਵੀ ਮਿਲਦੀ ਹੈ। ਇਸ ਤਰ੍ਹਾਂ ਪ੍ਰਮਾਤਮਾ ਨੇ ਸਾਨੂੰ ਸਵਾਸਾਂ ਦੀ ਪੂੰਜੀ ਦਿੱਤੀ ਹੈ। ਜੇ ਤਾਂ ਅਸੀਂ ਦਾ ਦੁਰਉਪਯੋਗ ਕਰਾਂਗੇ, ਪੁੱਛ ਪੜਤਾਲ ਹੋਣੀ ਹੈ ਕਿ ਤੁਹਾਨੂੰ ਸਵਾਸ ਤਾਂ ਦਿੱਤੇ ਸੀ ਸਤਸੰਗ ਲਈ ਸਿਮਰਨ ਵਾਸਤੇ, ਅਤੇ ਤੁਸੀਂ ਕਿਹੜੇ ਲੇਖੇ ਲਾਏ ਆ। ਅਤੇ ਜੇ ਭਜਨ ਸਿਮਰਨ 'ਚ ਲਾਵਾਂਗੇ, ਜਿਸ ਤਰ੍ਹਾਂ ਇੱਕ ਕਾਗਜ਼ ਆ, ਰੱਦੀ ਹੈ, ਉਹ ਅੱਗ ਵਿੱਚ ਜਾਂ ਰੱਦੀ ਦੀ ਟੋਕਰੀ 'ਚ ਪਏ ਰਹਿੰਦੇ ਆ। ਇੱਕ ਕਾਗਜ਼ ਕੋਰੇ ਆ, ਲਿਖਿਆ ਕੁਝ ਨਹੀਂ, ਉਹ ਵਰਤੋਂ 'ਚ ਆ ਸਕਦੇ ਆ। ਇੱਕ ਕਾਗਜ਼ ਹੈ, ਕੋਈ ਸਟਾਂਪ ਲਿਖਿਆ ਜਾਂਦਾ, ਕੋਈ ਰਜਿਸਟਰੀ ਵਗੈਰਾ, ਉਹਨਾਂ ਦੀ ਵੀ ਕੀਮਤ ਆ। ਇੱਕ ਕਾਗਜ਼ ਆ ਜਿਨ੍ਹਾਂ ਦੇ ਸਰਕਾਰ ਦੀ ਮੋਹਰ ਲੱਗ ਜਾਂਦੀ, ਉਹ ਕੀਮਤੀ ਨੋਟ ਬਣ ਜਾਂਦੇ, ਹੈਗਾ ਕਾਗਜ਼ ਹੀ ਆ। ਉਹ ਵੀ ਸਾਧ ਸੰਗਤ ਪੰਨੇ ਆ ਜਿਨ੍ਹਾਂ ਦੇ ਉੱਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਹੈ। ਲਾਲਿਆਂ ਕੋਲ ਵੀ ਬਹੀਆਂ ਬਹੁਤ ਪਈਆਂ, ਪਟਵਾਰਖਾਨੇ 'ਚ ਕਾਗਜ਼ ਬੜੇ ਹੁੰਦੇ ਆ। ਦੁਨਿਆਵੀ ਵਿਵਹਾਰ ਵਾਸਤੇ ਉਹ ਵੀ ਠੀਕ ਆ, ਵਰਤੋਂ 'ਚ ਆਉਂਦੇ ਆ। ਹੋਰ ਬੁੱਕਾਂ ਜਿਹੜੀਆਂ ਜਿਨ੍ਹਾਂ 'ਚ ਵਿਵਹਾਰ, ਸਮਾਜ, ਰਾਜਨੀਤੀ ਦੀ ਸਿੱਖਿਆ ਮਿਲਦੀ ਹੈ, ਔਰ ਸਾਇੰਸ ਵਿਗਿਆਨ ਦੀ ਜਾਂ ਡਾਕਟਰੀ ਫਿਲਾਸਫੀ,
ਸਾਹਿਤ ਸੰਗੀਤ ਦੀ ਸਿੱਖਿਆ ਮਿਲਦੀ, ਉਹ ਵੀ ਸਤਿਕਾਰਯੋਗ ਆ। ਪਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹਨਾਂ ਪੰਨਿਆਂ 'ਤੇ ਲਿਖੀ ਗਈ, ਇਸ ਨੂੰ ਅਸੀਂ ਨਮਸਕਾਰ ਕਰਦੇ ਹਾਂ। ਬਾਕੀਆਂ ਨੂੰ ਸਤਿਕਾਰ ਤੇ ਹੈ, ਗੁਰੂ ਇਸ਼ਟ ਜਾਂ ਨਮਸਕਾਰ ਕਰਕੇ ਨਹੀਂ ਮੰਨਿਆ ਜਾਂਦਾ। ਭਗਤ ਰਵਿਦਾਸ ਜੀ ਨੂੰ ਬ੍ਰਾਹਮਣਾਂ ਨੇ ਕਿਹਾ ਕਿ ਤੂੰ ਸ਼ੂਦਰ ਨੀਚ ਜਾਤੀ ਦਾ ਹੈ। ਉਹ ਕਹਿੰਦੇ ਠੀਕ ਹੈ, ਇੱਕ ਤਾੜੀ ਦਾ ਬ੍ਰਿਕਸ਼ ਹੁੰਦਾ ਹੈ, ਉਹ 'ਚੋਂ ਸ਼ਰਾਬ ਕੱਢਦੇ ਆ, ਉਹਨੂੰ ਲੋਕ ਮਾੜਾ ਸਮਝਦੇ ਆ, ਔਰ ਸੰਤ ਜਨ ਕਰਤ ਨਹੀਂ ਪਾਨ। ਜਿਹੜੇ ਸੰਤ ਜਨ ਨੇ ਉਹ ਪੀਂਦੇ ਨਹੀਂ, ਜਾਂ ਸੰਤਾਂ ਦੇ ਜਿਹੜੇ ਸੰਗੀ ਉਹ ਵੀ ਨਹੀਂ ਵਰਤਦੇ। ਕਹਿੰਦੇ ਉਹੋ ਹੀ ਤਾੜੀ ਦਾ ਬ੍ਰਿਕਸ਼, ਉਹਦੇ ਪੱਤਰਾਂ ਦਾ ਕਾਗਜ਼ ਬਣਾ ਲਿਆ ਜਾਏ, ਉਹਦੇ 'ਤੇ ਭਗਵਾਨ ਦਾ ਨਾਮ ਲਿਖ ਦਿੱਤਾ ਜਾਏ, ਤੇ ਕਾਗਰਾ ਕਰਤ ਨਮਸਕਾਰਮ। ਕਹਿੰਦੇ ਉਹੋ ਹੀ ਪਵਿੱਤਰ ਦਰਖਤ ਆ ਤਾੜੀ ਦਾ, ਜਿਹ 'ਚੋਂ ਸ਼ਰਾਬ ਨਿਕਲਦੀ ਸੀ, ਉਹਦੀ ਨਿੰਦਿਆ ਆਲੋਚਨਾ ਹੁੰਦੀ ਸੀ। ਪਰ ਜੇ ਉਹ ਤਾੜੀ ਦੇ ਬ੍ਰਿਕਸ਼ ਦੇ ਪੱਤਰਿਆਂ ਦਾ ਕਾਗਜ਼ ਬਣਾ ਕੇ ਪਰਮਾਤਮਾ ਦਾ ਨਾਮ ਲਿਖ ਦਿੱਤਾ ਜਾਏ, ਉਸ ਕਾਗਜ਼ ਨੂੰ ਲੋਕ ਮੱਥਾ ਟੇਕਦੇ ਆ। ਉਹ ਨਾਮ ਨੂੰ ਮੱਥਾ ਟੇਕਿਆ ਜਾ ਰਿਹਾ। ਇਸੇ ਤਰ੍ਹਾਂ ਜਿਹੜੇ ਸਾਡੇ ਸਵਾਸ ਆ, ਕੁਝ ਸੌਣ ਵਿੱਚ, ਕੁਝ ਕਰਮ ਕਿਰਿਆ ਕਮਾਉਣ ਵਿੱਚ, ਖਾਣ ਪੀਣ ਵਿੱਚ, ਨਿੰਦਿਆ ਚੁਗਲੀ 'ਚ ਬਤੀਤ ਹੋ ਗਏ। ਕਲੱਬਾਂ, ਪੱਬਾਂ, ਸਿਨੇਮਿਆਂ, ਥੀਏਟਰਾਂ ਵਿੱਚ, ਰਾਸਾਂ, ਨਕਲਾਂ, ਮੁਜਰਿਆਂ ਦੇ ਵਿੱਚ, ਔਰ ਪਿਕਨਿਕ ਮਨਾਉਂਦਿਆਂ ਹੋਇਆਂ, ਦਹਿਨੇ ਵਾਂਹ ਘੁੰਮਦਿਆਂ ਹੋਇਆਂ ਕਿਹੜੇ ਲੇਖੇ ਵਿੱਚ ਪਏ। ਜਿਹੜੇ ਸਵਾਸ ਅਸੀਂ ਸਿਮਰਨ ਵਿੱਚ ਗੁਰਮੰਤਰ ਦਾ, ਮੂਲ ਮੰਤਰ ਦਾ, ਬਾਣੀ ਦਾ ਜਾਪ ਕਰਦੇ ਹਾਂ, ਉਹ ਸਮਝੋ ਸਵਾਸਾਂ 'ਤੇ ਪਰਮਾਤਮਾ ਦੇ ਨਾਮ ਦਾ ਠੱਪਾ ਲੱਗ ਗਿਆ। ਉਹ ਸਵਾਸ ਕੀਮਤੀ ਬਣ ਜਾਂਦੇ ਹਨ। ਸਵਾਸ ਉਹ ਹੀ ਕੀਮਤੀ ਹੈ ਜਿਨ੍ਹਾਂ ਸਵਾਸਾਂ 'ਤੇ ਵਾਹਿਗੁਰੂ ਦੇ ਨਾਮ ਦਾ ਠੱਪਾ ਲੱਗਦਾ ਹੈ। ਵਾਹਿਗੁਰੂ ਦੀ ਮੋਹਰ ਛਾਪ ਲੱਗ ਗਈ ਹੈ। ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਇਸ ਨਗਰ 'ਚ ਬਹੁਤ ਲੋਕਾਂ ਦਾ ਜਨਮ ਹੋਇਆ, ਇੱਥੇ ਰਹੇ, ਮਾਇਆਧਾਰੀ ਵੀ ਹੋਣਗੇ, ਉਹਨਾਂ ਨੂੰ ਕੋਈ ਦੁਨਿਆਵੀ ਸਤਿਕਾਰ, ਪਿਆਰ, ਪਦਵੀਆਂ ਵੀ ਮਿਲੀਆਂ ਹੋਣਗੀਆਂ, ਪਰ ਉਹਨਾਂ ਦਾ ਨਾਂ ਜਦ ਤੱਕ ਸੀ ਸ਼ਾਇਦ ਲੋਕ ਸਤਿਕਾਰ ਨਾ ਲੈਂਦੇ ਹੋਣ, ਬਾਅਦ ਵਿੱਚ ਕੋਈ ਚੇਤੇ ਰੱਖਦਾ, ਭੁੱਲ ਭੁਲਾ ਜਾਂਦਾ ਹੈ। ਅੱਜ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਦਾ ਨਾਂ ਸਾਰਿਆਂ ਦੇ ਲਵਾਂ ਉੱਤੇ ਬੜੇ ਸਤਿਕਾਰ ਨਾਲ ਲਿਆ ਜਾਂਦਾ। ਉਹ ਵਿਅਕਤੀਗਤ ਨਹੀਂ, ਕੌਮੀ ਤੌਰ 'ਤੇ, ਕੋਈ ਧਰਮ ਜਾਤ ਦੇ ਹਿਸਾਬ ਨਾਲ ਵੀ ਨਹੀਂ, ਇਹਨਾਂ ਵਿਤਕਰਿਆਂ ਤੋਂ ਉੱਪਰ ਉੱਠ ਕੇ ਨਾਮ ਲਿਆ ਜਾ ਰਿਹਾ, ਨਮਸਕਾਰ ਕੀਤੀ ਜਾ ਰਹੀ ਹੈ। ਉਹਨਾਂ ਦੇ ਜਨਮ ਦਿਨ, ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ, ਉਹਨਾਂ ਦੇ ਨਾਂ ਦੇ ਕੇਂਦਰ ਬਣੇ ਹਨ, ਉਹਨਾਂ ਦੇ ਨਾਂ 'ਤੇ ਯੂਨੀਵਰਸਿਟੀਆਂ, ਕਾਲਜ, ਹੌਸਪੀਟਲ, ਤੁਸੀਂ ਜਾਣਦੇ ਹੋ ਕੀ ਕੁਝ ਬਣਿਆ ਹੋਇਆ ਹੈ। ਉਹਨਾਂ ਦੇ ਦੁਆਰਾ ਹਸਤ ਕਮਲਾਂ ਨਾਲ ਕਈ ਜਗ੍ਹਾ ਸ਼ਿਲਾ ਲੇਖ ਰੱਖੇ ਗਏ। ਇਹ ਕਿਉਂ ਹੋ ਰਿਹਾ? ਉਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ। ਨਾਮ ਜਪ ਕੇ ਆਪਣੇ ਜਿਹੜੇ ਸਵਾਲ ਸੀ ਸਫਲ ਕਰ ਲਏ। ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ, ਪਰਬਤਗਾਰ ਅਪਾਰ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਨੂੰ ਚੁੰਮਦਾ।
ਇਹ ਧੰਨ ਮਹਾਂਪੁਰਖ ਆ। ਜਹਾਂ ਤੁਮ ਕਦਮ ਰੱਖੋਗੇ ਬਾਹਾਂ ਫੂਲ ਖਿਰੇਂਗੇ। ਜਿੱਥੇ ਵੀ ਉਹ ਕਦਮ ਦੇ ਫੁੱਲ ਖਿੜਦੇ ਆ, ਕੰਡੇ ਵੀ ਫੁੱਲ ਬਣ ਜਾਂਦੇ ਆ। ਜਿਨ੍ਹਾਂ ਦਾ ਜੀਵਨ ਕੰਡਿਆਂ ਵਰਗਾ, ਅਸੀਂ ਫੁੱਲਾਂ ਵਰਗਾ ਸੁਗੰਧੀ ਦੇਣ ਵਾਲਾ ਬਣਾਤਾ ਉਹਨਾਂ ਨੂੰ, ਕਿਉਂਕਿ ਉਹਨਾਂ ਦਾ ਨਾਂ ਹੀ ਬੜਾ ਪਵਿੱਤਰ ਰੱਖਿਆ ਗਿਆ। ਜਿਵੇਂ ਅਤਰ ਦੀ ਸੁਗੰਧੀ ਚਾਰ ਚੁਫੇਰੇ ਫੈਲਦੀ ਹੈ, ਸਾਰਿਆਂ ਦੇ ਦਿਮਾਗ ਨੂੰ ਤਰੋ ਤਾਜ਼ਾ ਕਰਦੀ ਹੈ, ਪਰ ਉਹ ਸੁਗੰਧੀ ਹਵਾ ਨਾਲ ਚੱਲਦੀ ਹੈ। ਜਿੱਧਰ ਦੀ ਹਵਾ ਉੱਧਰ ਨੂੰ ਲੈ ਜਾਂਦੀ ਹੈ। ਫੁੱਲਾਂ ਦੀ ਸੁਗੰਧੀ ਲੈ ਲਓ ਜਾਂ ਦੂਜੀਆਂ ਤੀਜੀਆਂ, ਪਰ ਜਿਹੜੀ ਮਹਾਂਪੁਰਖਾਂ ਦੀ ਨਾਮ ਬਾਣੀ ਦੀ ਸੁਗੰਧੀ ਹੈ, ਉਹ ਚਾਰ ਚੁਫੇਰੇ ਖਿਲਰ ਜਾਂਦੀ ਹੈ। ਹਰ ਪਾਸੇ ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰ। ਜਿਹੜੇ ਪ੍ਰਭੂ ਦੇ ਚਰਨਾਂ ਦੇ ਪ੍ਰਾਤੇ ਪ੍ਰੈਣ ਹੋ ਗਏ, ਜਿੱਥੇ ਵੀ ਜਾਓ ਉੱਥੇ ਹੀ ਸੋਭਾ। ਹਰ ਜਗ੍ਹਾ ਉਹਨਾਂ ਦੀ ਵਡਿਆਈ, ਹਰ ਜਗ੍ਹਾ ਉਹਨਾਂ ਦੀ ਮਹਿਮਾ ਹੁੰਦੀ ਹੈ। ਕਮਾਈ ਕੀਤੀ, ਜਨਮ ਲਿਆ ਇਸ ਨਗਰ ਵਿੱਚ। ਇੱਕ ਤਾਂ ਇਹ ਜਨਮ ਆ ਜਿਹੜਾ ਮਾਤਾ ਪਿਤਾ ਦੁਆਰਾ ਸਰੀਰ ਦਾ ਜਨਮ ਹੋਇਆ, ਇੱਕ ਦੂਸਰਾ ਹੋਰ ਵੀ ਜਨਮ ਆ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਪੰਜਾਂ ਪਿਆਰਿਆਂ ਤੋਂ ਖੰਡੇ ਵੜ ਦਾ ਅੰਮ੍ਰਿਤ ਛਕ ਕੇ ਬਾਣੀ ਬਾਣਾ, ਸਿਮਰਨ ਦੀ, ਰਹਿਤ ਮਰਜ਼ਾਦਾ ਦੀ, ਦਾਤ ਕਰਹਿਤਾਂ ਦਾ ਤਿਆਗ ਕਰਕੇ ਰਹਿਤਾਂ ਦੀ ਪਰਪੱਕਤਾ ਲਈ ਜਾਂਦੀ ਹੈ। ਸ਼ਬਦ ਸੁਰ ਦਾ ਅਭਿਆਸ ਕਰਕੇ ਕੋਈ ਮੰਜ਼ਿਲ ਪ੍ਰਾਪਤ ਕੀਤੀ ਜਾਂਦੀ ਹੈ। ਉਹ ਇੱਕ ਨਵਾਂ ਜਨਮ ਹੈ। ਮਾਤਾ ਪਿਤਾ ਦੁਆਰਾ ਜਨਮ ਤਾਂ ਬਹੁਤਿਆਂ ਨੂੰ ਮਿਲੇ ਹੋਏ ਆ, ਪਰ ਜਿਹੜਾ ਗੁਰੂ ਘਰ ਵਿੱਚ ਜਨਮ ਹੈ, ਇਹ ਗੁਰਸਿੱਖ ਨੂੰ ਹੀ ਮਿਲਦਾ। ਸਤਿਗੁਰ ਕਾ ਜਨਮ ਹੈ ਗਵਨ ਮਟਾਇਆ। ਜਿਨ੍ਹਾਂ ਦਾ ਗੁਰੂ ਘਰ 'ਚ ਜਨਮ ਹੋ ਗਿਆ, ਉਹਨਾਂ ਦਾ ਜੰਮਣ ਮਰਨਾ ਮੁੱਕ ਗਿਆ। ਜੰਮਣ ਮਰਨਾ ਤਿੰਨ ਕੋ ਜੋ ਹਰ ਕਾ ਲੜ ਲਾਗੇ। ਜਿਹੜੇ ਉਹਦੇ ਲੜ ਲਾਗੇ, ਉਹਨਾਂ ਦਾ ਜੰਮਣਾ ਮਰਨਾ ਖਤਮ ਹੋ ਗਿਆ। ਜਨਮ ਮਰਨ ਤੇ ਰਹਿਤ ਨਾਰਾਇਣ ਦੀ ਅਵਸਥਾ ਵਿੱਚ ਭੇਦ ਹੋ ਗਏ। ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਜਦੋਂ ਨਗਰ ਵਿੱਚ ਹੁੰਦੇ ਸੀ, ਉਦੋਂ ਜ਼ਮਾਨਾ ਇਸ ਤਰ੍ਹਾਂ ਦਾ, ਲੋਕ ਬੜੀਆਂ ਬੋਲੀਆਂ ਵਾਲੀਆਂ ਇਹੀਆਂ ਪਾਇਆ ਕਰਦੇ ਸੀ, ਅਤੇ ਮਹਾਂਪੁਰਖਾਂ ਨੇ ਭਜਨ ਕਰਨਾ ਤੜਕੇ, ਉਹਨਾਂ ਦਾ ਆਪਣਾ ਵਿਹਾਰ ਸੀ। ਅੱਜ ਕੱਲ੍ਹ ਵੀ ਹੈ, ਟੈਲੀਵਿਜ਼ਨਾਂ 'ਚ ਰਿਕਾਰਡਾਂ 'ਚ ਇਹੀ ਕੁਝ ਹੈ। ਥੋੜ੍ਹਾ ਜਿਹਾ ਬਦਲ ਗਿਆ ਸਿਸਟਮ, ਹੈਗਾ ਉਹੀ ਕੁਛ ਹੈ। ਉਹ ਅੱਜ ਵੀ ਰਿਹਾ। ਜਦੋਂ ਬਾਬਾ ਜੀ ਮਹਾਰਾਜ ਜਾਂਦੇ ਸੀ, ਉਹਨੇ ਜਿਵੇਂ ਉਹ ਪਿੰਡਾਂ ਦੇ ਹੁੰਦੇ ਹੀ ਹੈ ਗਵਾਰ ਮੁੰਡੇ, ਬਚਨ ਵੀ ਉਹਨੇ ਉਸ ਢੰਗ ਨੇ ਕਰਨਾ। ਅਤੇ ਮਹਾਰਾਜ ਕਹਿੰਦੇ ਫਿਰ ਜੇ ਬੋਲੀਆਂ ਮੈਨੂੰ ਨਾਲ ਲਾ ਕੇ ਪਾਉਣੀਆਂ ਨਾ, ਅਤੇ ਫਿਰ ਜਿਹੜੀ ਬੋਲੀ ਮੈਂ ਪਾਊਂਗਾ ਤੁਹਾਨੂੰ ਸਦਾ ਹੀ ਪਾਉਣੀ ਪਊਗੀ। ਗੱਜ ਕੇ ਬੋਲੋ। ਫਿਰ ਮਹਾਂਪੁਰਖਾਂ ਨੇ ਇਹ ਸਿੱਧੇ ਢੰਗ ਵਿੱਚ ਗੁਰਬਾਣੀ ਦੀ ਪੰਗਤੀ ਦਾ ਟਰਾਂਸਲੇਟ ਰੂਪੀ ਧਾਰਨਾ ਬਣਾਉਂਦੇ ਸੀ। ਕਈ ਕਹਿੰਦੇ ਨੇ ਕੱਚੀ ਬਾਣੀ, ਉਹ ਬਾਣੀ ਦੀ ਜਿਹੜੀ ਪੰਗਤੀ ਸੀ, ਉਹਦਾ ਟਰਾਂਸਲੇਟ ਇਸ ਢੰਗ ਨਾਲ ਉਹ ਧਾਰਨਾ ਬਣਾਉਂਦੇ ਸੀ, ਔਰ ਸਾਰਾ ਸ਼ਬਦ ਫਿਰ ਪੜ੍ਹਦੇ ਸੀ, ਮੁਕੰਮਲ ਸ਼ਬਦ। ਟੇਕ ਦੀ ਇੱਕ ਪੰਗਤੀ ਲੈ ਲੈਣੀ, ਸਾਰਾ ਸ਼ਬਦ ਮਹਾਰਾਜ ਪੜ੍ਹਦੇ ਸੀ। ਸੋ ਇਸ ਕਰਕੇ ਸਾਧ ਸੰਗਤ ਜੀ, ਉਹਨਾਂ ਨੇ ਫਿਰ ਦੇਖੋ ਐਸੀਆਂ ਧਾਰਨਾ ਲਾਈਆਂ, ਉਹ ਆਕਾਸ਼ ਮੰਡਲ ਤੱਕ ਗੂੰਜੀਆਂ, ਔਰ ਦੁਨੀਆ ਦੇ ਉੱਤੇ ਐਸਾ ਪ੍ਰਭਾਵ ਪਿਆ, ਜਦੋਂ ਕਿ ਲੋਕ ਰੋਮਾਂ ਦੀ ਬੇਅਦਬੀ ਕਰ ਰਹੇ ਸੀ, ਪਾਤਤ ਪੁਣਾ ਜਿਵੇਂ ਅੱਜ ਬੜਾ ਛਾਇਆ ਹੋਇਆ ਸੀ, ਅਤੇ ਮਹਾਂਪੁਰਖਾਂ ਦੇ ਪਵਿੱਤਰ ਬਚਨਾਂ ਦਾ ਅਸਰ ਐਸਾ, 10-10 ਹਜ਼ਾਰ ਬੰਦਾ ਅੰਮ੍ਰਿਤ ਛਕਣ ਲਈ ਤਿਆਰ ਹੋ ਜਾਂਦਾ ਸੀ। ਕਕਾਰ ਥੁੜ ਜਾਂਦੇ ਸਨ, ਪਰ ਇੱਕ ਇੰਨੀ ਬਰਕਤ ਕਿਵੇਂ ਮਿਲੀ? ਰਾਤ ਨੂੰ ਤੁਰਦੇ ਤੁਰਦੇ 60-70 ਮੀਲ ਨਿਕਲ ਜਾਂਦੇ ਸੀ, ਕਦਮਾਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਤੁਰੇ ਜਾਂਦੇ ਸੀ, ਕਦਮਾਂ ਦੇ ਨਾਲ। ਕਿਉਂਕਿ ਪੈਰਾਂ ਦੀ ਧਮਕ ਦੇ ਲਓ, ਦਿਮਾਗ ਤੱਕ ਜਾਂਦੀ ਹੈ।
ਮਿਲਾ ਕੇ ਕਦਮਾਂ ਦੇ ਨਾਲ। ਫਿਰ ਹਜੂਰ ਸਾਹਿਬ ਚਲੇ ਗਏ। ਗੋਦਾਵਰੀ 'ਚ ਗਲ ਪਾਣੀ 'ਚ ਖੜ੍ਹ ਕੇ ਮਹਾਰਾਜ ਨੇ 125 ਸ੍ਰੀ ਜਪਜੀ ਸਾਹਿਬ ਕਰਨੇ। 125। ਜਦੋਂ ਇਸ ਤਰ੍ਹਾਂ ਕੁਝ ਦਿਨ ਹੋ ਗਏ, ਉੱਥੇ ਦਾ ਜਿਹੜਾ ਪੁਜਾਰੀ ਸੀ ਉਹਨੂੰ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਸੁਪਨੇ 'ਚ ਦਿਖਾਲੀ ਦਿੱਤੀ ਕਿ ਪੰਜਾਬ 'ਚੋਂ ਸਾਡੇ ਇੱਕ ਗੁਰਸਿੱਖ ਆਏ ਹੈ, ਤੂੰ ਆਰਾਮ ਨਾਲ ਸੌ ਜਾਂਦਾ ਹੈ, ਕਦੀ ਉਹਨਾਂ ਦੇ ਭੋਜਨ ਪਾਣੀ ਦਾ ਫਿਕਰ ਕੀਤਾ ਹੈ? ਹੁਣ ਸਮਝਿਆ ਸ਼ਾਇਦ ਸੁਪਨਾ ਹੀ ਹੈ। ਦੁਬਾਰਾ ਫਿਰ ਤੀਜੀ ਵਾਰੀ ਮਹਾਰਾਜ ਨੇ ਇੱਥੋਂ ਸੰਗੀ ਫੜ ਕੇ ਘੁੱਟੀ। ਕਹਿੰਦੇ ਤੂੰ ਸੁਪਨਾ ਹੀ ਸਮਝੀ ਜਾਂਦਾ ਹੈ। ਕਹਿੰਦੇ ਮਹਾਰਾਜ ਦਿਸ਼ਾ ਦੱਸੋ। ਉਦੋਂ ਜੰਗਲਾਤ ਆਮ ਸੀ ਗੋਦਾਵਰੀ ਦੇ ਕਿਨਾਰੇ। ਜਦੋਂ ਦਾਸ ਪਹਿਲੀ ਵਾਰੀ ਗਏ ਉਦੋਂ ਬਹੁਤ ਸੀ, ਲੰਗੂਰ ਆਮ ਸੀਗੇ, ਬਾਂਦਰ ਬਹੁਤ ਘੁੰਮਦੇ ਹੁੰਦੇ ਸੀ। ਹੁਣ ਤਾਂ ਸਾਰੇ ਆਬਾਦੀ ਹੋ ਗਈ, ਘਾਟ ਬਣ ਗਿਆ, ਕਿੰਨਾ ਕੁਝ ਹੋ ਗਿਆ। ਅਸਥਾਨਾਂ ਦੀ ਵੀ ਰੌਣਕ। ਉਦੋਂ ਗੁਰਦੁਆਰੇ ਵੀ ਆਮ ਟੀਨਾਂ ਹੀ ਸੀਆਂ। ਇੱਕ ਸੱਚਖੰਡ ਸੁੰਦਰ ਅਸਥਾਨ ਸੀ। ਹੁਣ ਤਾਂ ਸਾਰੀ ਕਲਾਕਾਰ ਸੇਵਾ ਵਾਲਿਆਂ ਨੇ ਰਚਨਾ ਰਚਾਤੀ। ਸੋ ਸਾਧ ਸੰਗ ਜੀ ਫੇਰੋ ਭੋਜਨ ਤਿਆਰ ਕਰਕੇ ਥਾਲਾ ਸੀਸ 'ਤੇ ਰੱਖ ਕੇ ਆਪ ਲੈ ਕੇ ਸੇਵਾਦਾਰਾਂ ਨਾਲ ਆਇਆ ਤੇ ਮਹਾਰਾਜ ਗਲ ਪਾਣੀ 'ਚ ਭਜਨ ਕਰਦੇ ਸੀ। ਉਹਨੇ ਫਿਰ ਬੇਨਤੀ ਕੀਤੀ ਕਿ ਮਹਾਰਾਜ ਭੋਜਨ ਅੰਗੀਕਾਰ ਕਰੋ। ਕਹਿੰਦੇ ਸਾਡੇ ਬਾਰੇ ਦੱਸਣਾ ਨਹੀਂ, ਅਸੀਂ ਆਨੰਦ ਵਿੱਚ ਹਾਂ। ਕਹਿੰਦੇ ਮਹਾਰਾਜ ਮੈਨੂੰ ਦਸਮ ਪਾਤਸ਼ਾਹ ਸੌਣ ਨਹੀਂ ਦਿੰਦੇ, ਕਿਰਪਾ ਕਰੋ। ਕਹਿੰਦੇ ਫਿਰ ਇੱਕ ਫੁਲਕਾ ਖੁਸ਼ਕ ਲਿਆਉਣਾ, ਸਾਡੇ ਬਾਰੇ ਆਊਟ ਨਹੀਂ ਕਰਨਾ। ਇਸ ਤਰ੍ਹਾਂ ਫਿਰ ਉਹ ਸਾਧਨ ਕਰਦੇ ਰਹੇ। ਇੱਕ ਦਿਨ ਮਨ 'ਚ ਬੈਰਾਗ ਆ ਗਿਆ। ਮਨ ਬੈਰਾਗੇ ਕੀ ਖੋਜਤੀ ਦਰਸਾਰ। ਜਿੰਨਾ ਚਿਰ ਮਨ 'ਚ ਬੈਰਾਗ ਨਹੀਂ ਹੁੰਦਾ ਨਾ, ਉਨਾ ਚਿਰ ਦਰਸ਼ਨ ਨਹੀਂ ਹੁੰਦਾ। ਮੋਹ ਮਮਤਾ ਟੁੱਟਦੀ ਨਹੀਂ ਸੰਸਾਰ ਦੀ। ਤੇ ਮਹਾਂਪੁਰਖਾਂ ਨੇ ਫਿਰ ਬੈਰਾਗ 'ਚ ਆਇਆ ਕਿ ਮਹਾਰਾਜ ਅੱਜ ਸਾਖਿਆਤ ਦਰਸ਼ਨ ਦਿਓ। ਤੇ ਗੋਦਾਵਰੀ ਵਿੱਚ ਛਾਲ ਮਾਰ ਦਿੱਤੀ। ਮਹਾਰਾਜ ਸਾਖਿਆਤ ਪ੍ਰਗਟ ਹੋਇਆ। ਕਲਗੀਆਂ ਵਾਲੇ ਪਾਤਸ਼ਾਹ ਇਉਂ ਸੱਜੀ ਬਾਂਹ ਪਾ ਕੇ ਨਾ ਕੱਢ ਕੇ ਲੈ ਗਏ। ਕਹਿੰਦੇ ਜਾਓ, ਤੁਹਾਡੀ ਕਮਾਈ ਪੂਰੀ ਹੋ ਗਈ ਹੈ। ਇਸ ਵੇਲੇ ਸਿੱਖੀ ਨੂੰ ਬੜਾ ਖੋਰਾ ਲੱਗਾ ਹੋਇਆ। ਕਿੰਨੀਆਂ ਕੁਰਬਾਨੀਆਂ ਕੀਤੀਆਂ ਇਹ ਦੇਸ਼ ਦੀ ਰੱਖਿਆ, ਪੰਥ ਬਚਾਉਣ ਲਈ, ਸਾਜਣ ਲਈ। ਅੱਜ ਲੋਕ ਅਨਮਤੀਆਂ ਦੇ ਮਗਰ ਲੱਗ ਕੇ ਪਤਿਤ ਹੋ ਰਹੇ ਹੈ। ਅੰਮ੍ਰਿਤ ਛਕਾਓ, ਦੀਵਾਨ ਲਾਓ। ਆਪ ਦਸਮ ਪਾਤਸ਼ਾਹ ਨੇ ਹੁਕਮ ਦਿੱਤਾ, ਅਸ਼ੀਰਵਾਦ ਦਿੱਤੀ, ਕਿਉਂਕਿ ਉਸੇ ਧਰਤੀ ਜੋ ਬੰਦੇ ਬਹਾਦਰ ਨੂੰ ਭੇਜਿਆ ਸੀ, ਜਿਹਨੂੰ ਜਲਮ ਰਾਜ ਦੀਆਂ ਜੜ੍ਹਾਂ ਪੁੱਟੀਆਂ, ਖਾਲਸਾ ਰਾਜ ਕਾਇਮ ਕੀਤਾ, ਉਸ ਧਰਤੀ ਤੋਂ ਬਾਬਾ ਅਤਰ ਸਿੰਘ ਨੂੰ ਭੇਜਿਆ। ਗੱਜ ਕੇ ਬੋਲੋ ਵਾਹ। ਹੁਕਮ ਲਾ ਕੇ, ਬਖਸ਼ਿਸ਼ ਦੇ ਕੇ। ਤੇ ਫਿਰ ਮਹਾਰਾਜ ਨੇ ਇਹ ਨਹੀਂ ਕੋਈ ਦੀਵਾਨ ਲੱਗੂਗਾ ਸਾਨੂੰ ਸੱਦੂਗਾ, ਬੋੜਾਂ ਥੱਲੇ, ਪਿੱਪਲਾਂ ਥੱਲੇ, ਨਗਰਾਂ 'ਚ, ਸ਼ਹਿਰਾਂ 'ਚ ਵਿਚਰ ਕੇ ਹਰ ਜਗ੍ਹਾ ਫਿਰ ਤੋਂ ਐਸੀਆਂ ਧੁਨਕਾਰਾਂ ਗੂੰਜਾਂ ਪਈਆਂ। ਸਾਰੇ ਸੰਸਾਰ ਦੇ ਉੱਤੋਂ ਜਿਹੜੀ ਸੁਗੰਧੀ ਸੀ ਫੈਲੀ। ਫਿਰ ਕਨੋਹੇ ਦੀ ਧਰਤੀ ਰਾਵਲਪਿੰਡੀ ਵਿੱਚ ਗਏ। ਉੱਥੇ ਮਹਾਰਾਜ ਨੇ 8 ਪਹਿਰਾਂ 'ਚ ਇੱਕ ਛੋਟੀ ਕੌਲੀ ਸਬਜ਼ੀ ਦੀ ਬਲੂਣੀ ਛਕ ਕੇ 125 ਜਪਜੀ ਸਾਹਿਬ ਉਦੋਂ ਕਰਦੇ ਸੀ। ਉਹ ਚਿੱਤਰ ਵੀ ਮਿਲ ਜਾਂਦਾ ਹੈ। ਬਿਲਕੁਲ ਨੌਜਵਾਨ ਉਮਰ ਹੈ। ਪੇਟ ਜਿਹੜਾ ਰੀੜ੍ਹ ਦੀ ਹੱਡੀ ਨਾਲ ਲੱਗਿਆ ਹੋਇਆ। ਉਹ ਪੋਥੀਆਂ ਜਿਨ੍ਹਾਂ 'ਤੇ ਇੱਕ ਚੌਂਕੜੇ ਉਹਨਾਂ ਨੇ ਸਹਿਜ ਪਾਠ ਕੀਤਾ।
ਔਰ ਫਿਰ ਜਦੋਂ ਮਹਾਰਾਜ ਵਿਚਰਨ ਲੱਗੇ, ਸਰੀਰ ਕੁਝ ਭਾਰਾ ਹੋਇਆ, ਇੱਕ ਬੰਦੇ ਨੂੰ ਸ਼ੰਕਾ ਹੋਈ ਕਿ ਬਾਬਾ ਜੀ ਚੰਗਾ ਭੰਡਾਰੇ ਛਕਦੇ ਹੋਣੇ ਆ, ਜਿਹੜਾ ਸਰੀਰ ਨੇ ਨਾ ਰਿਸ਼ਟ ਪੁਸ਼ਟ ਆ, ਉਹ ਜਾਣੀ ਜਾਣ ਸੀ। ਉਹ ਪ੍ਰੇਮੀ ਨੂੰ ਕਹਿੰਦੇ, ਭਾਈ ਰਾਵਲਪਿੰਡੀ ਕਨੋਹੇ ਜਾ, ਫਲਾਨੇ ਪ੍ਰੇਮੀ ਨੂੰ ਇਹ ਸਾਡਾ ਸੁਨੇਹਾ ਦਿਆ। ਉੱਥੇ ਚਲੇ ਗਿਆ ਤੇ ਉਹਨਾਂ ਦੇ ਘਰ ਉਹ ਚਿੱਤਰ ਲੱਗਾ ਹੋਇਆ ਸੀ। ਉਹ ਪੁੱਛਣ ਲੱਗਾ ਵੀ ਮਹਾਰਾਜ ਇਹ ਚਿੱਤਰ ਕਿਹਦਾ? ਕਹਿੰਦੇ ਧੰਨ ਧੰਨ ਮਹਾਰਾਜ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲਿਆਂ ਦਾ ਚਿੱਤਰ ਹੈ। ਕਹਿੰਦਾ ਇਹ ਤਾਂ ਮੈਨੂੰ ਸ਼ੰਕਾ ਕੱਢਣ ਲਈ ਭੇਜਿਆ। ਆ ਗਿਆ, ਕਹਿੰਦੇ ਮਹਾਰਾਜ ਇੱਥੇ ਹੀ ਕਿਰਪਾ ਕਰ ਦਿੰਦੇ। ਕਹਿੰਦੇ ਜਦੋਂ ਕਿਸੇ ਮਹਾਂਪੁਰਖ ਦੀ ਮਹਿਮਾ ਖਿਲਰਦੀ ਹੈ, ਸੰਗਤਾਂ ਸਤਿਕਾਰ ਕਰਦੀਆਂ, ਅਸੀਂ ਦੇਖ ਕੇ ਸ਼ੰਕਾ ਕਰਦੇ ਹਾਂ। ਇਹ ਨਹੀਂ ਵਿਚਾਰਦੇ ਕਿ ਉਹਨਾਂ ਮਹਾਂਪੁਰਖਾਂ ਨੇ ਨਿਰੰਕਾਰ ਦੇ ਹੁਕਮ ਭੈ ਵਿੱਚ ਰਹਿ ਕੇ ਪਿਆਰ ਧਾਰ ਕੇ ਕਿਵੇਂ ਕਮਾਈ ਕੀਤੀ ਹੁੰਦੀ ਹੈ। ਗੱਜ ਕੇ ਬੋਲੋ। ਤੇ ਅੱਜ ਵੀ ਸੰਸਾਰ ਦਾ ਇਹੀ ਆ ਨਾ, ਜਦੋਂ ਕਿਸੇ ਮਹਾਂਪੁਰਖ ਦਾ ਸਤਿਕਾਰ ਹੁੰਦਾ ਉਹ ਜਰਿਆ ਨਹੀਂ ਜਾਂਦਾ। ਫਿਰ ਕਈ ਤਰ੍ਹਾਂ ਦੀਆਂ ਭਾਵਨਾ ਜਿਹੜੀਆਂ ਉਹ ਬਣਨੀਆਂ ਸ਼ੁਰੂ ਹੋ ਜਾਂਦੀਆਂ। ਉਹਦਾ ਫਿਰ ਸ਼ੰਕਾ ਨਿਕਲ ਗਿਆ। ਮਹਾਂਪੁਰਖਾਂ ਦੇ ਤਾਂ ਐਸੇ ਅਸਚਰਜ ਕੌਤਕ ਆ, ਕਮਾਲ ਦੀ ਗੱਲ ਹੈ। ਇੱਕ ਦਿਨ ਮੈਨੂੰ ਦਮਦਮਾ ਸਾਹਿਬ ਤੋਂ ਉਹ ਭਾਈ ਮਲਕੀਤ ਸਿੰਘ ਦਾ ਫੋਨ ਆਇਆ। ਕਹਿਣ ਲੱਗੇ ਬਾਬਾ ਜੀ ਆਪ ਜੀ ਨੇ ਇੱਕ ਬਚਨ ਸੁਣਾਇਆ ਸੀ। ਮੈਂ ਕਿਹਾ ਬਚਨ ਤੇ ਬਹੁਤ ਸੁਣਾਉਂਦੇ ਰਹੀਦਾ। ਕਹਿੰਦੇ ਜੀ ਬੜਾ ਵਿਸ਼ੇਸ਼ ਸੀ, ਪਹਿਲਾਂ ਸੁਣਿਆ ਪੜ੍ਹਿਆ ਨਹੀਂ। ਮੈਂ ਕਿਹਾ ਦੱਸੋ। ਕਹਿੰਦੇ ਕਿ ਮਹਾਰਾਜ ਉੱਥੇ ਸਰੋਵਰ ਦੀ ਸੇਵਾ ਕਰਾ ਰਹੇ ਸੀ, ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਤੇ ਮਹਾਰਾਜ ਆਪ ਦਿਸ਼ਾਲੇ ਭਰ ਭਰ ਕੇ ਕਾਰ ਕੱਢਦੇ ਰਹੇ ਸੀ। ਵਰ ਦਿੱਤਾ ਸੀ, 9ਵੇਂ ਪਾਤਸ਼ਾਹ ਚਰਨ ਪਾਏ, 10ਵੇਂ ਪਾਤਸ਼ਾਹ ਨੇ ਕਿਰਪਾ ਕੀਤੀ, ਸੇਵਾ ਕਰਾਉਂਦੇ ਸੀ। ਇੱਕ ਬੰਦਾ ਉਹਨੂੰ ਫਾਂਸੀ ਦਾ ਹੁਕਮ ਸੁਣਾਇਆ ਜਾਣਾ ਸੀ ਜੱਜ ਵੱਲੋਂ। ਦੁਖੀ ਬੰਦਾ ਫਿਰ ਆਸਰਾ ਭਾਲਦਾ ਮਹਾਂਪੁਰਖਾਂ ਦੇ ਚਰਨਾਂ 'ਚ ਆ ਗਿਆ ਕਿ ਮਹਾਰਾਜ ਅੱਜ ਮੈਨੂੰ ਫਾਂਸੀ ਹੋ ਜਾਣੀ ਹੈ, ਕਿਰਪਾ ਕਰ ਦਿਓ। ਕਹਿੰਦੇ ਵੀ ਹੁਣ ਤਾਂ ਸੇਵਾ ਦਾ ਕੁੰਭ ਲੱਗਾ ਆ, ਅੱਜ ਜਿੰਨੀਆਂ ਕੁ ਟੋਕਰੀਆਂ ਸੁੱਟ ਹੋਣੀਆਂ ਗਾਰ ਦੀਆਂ ਸੁੱਟ ਜਾ ਬਾਹਰ। ਮਹਾਰਾਜ 10ਵੇਂ ਪਾਤਸ਼ਾਹ ਜਾਣਨ ਤੂੰ ਜਾਣੇ, ਜੱਜ ਜਾਣੇ। ਉਹ ਹੁਕਮ ਮੰਨ ਕੇ ਸੇਵਾ ਕਰ ਗਿਆ ਤੇ ਜੱਜ ਹੁਣ ਲਿਖਦਾ ਹੈ ਫਾਂਸੀ। ਜਿਲੇ ਕਲਮ ਚੁੱਕਦਾ ਥੱਲੇ ਅੱਖਰ ਪਏ ਬਰੀ। ਦੂਜੀ ਵਾਰੀ ਫੇਰ ਲਿਖਦਾ ਫਾਂਸੀ, ਥੱਲੇ ਅੱਖਰ ਬਰੀ। ਤੀਜੀ ਵਾਰੀ ਫੇਰ ਉਹਨਾਂ ਨੇਤਰ ਘਰ ਲੈ ਉਹਦੇ ਮੁਜਰਮ ਬਲਾਂ। ਕਹਿੰਦੇ ਤੇਰਾ ਗੁਰੂ ਪੀਰ ਕੌਣ ਆ? ਕਹਿੰਦੇ ਮਹਾਰਾਜ ਪਹਿਲਾਂ ਤਾਂ ਮੈਨੂੰ ਗੁਰਾਈ ਫਿਰਦਾ ਰਿਹਾ, ਅੱਜ ਮੈਂ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੀ ਆਸ਼ੀਰਵਾਦ ਲੈ ਕੇ ਆਇਆ। 9ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਉਹਨਾਂ ਦੇ ਸਥਾਨ ਦੀ ਉਹ ਸੇਵਾ ਕਰਵਾ ਰਹੇ ਸੀ। ਮੈਂ ਦੁਖੀ ਸੀ, ਮੈਨੂੰ ਪਤਾ ਸੀ ਅੱਜ ਤੁਸੀਂ ਮੈਨੂੰ ਫਾਂਸੀ ਸੁਣਾ ਦੇਣੀ ਹੈ। ਮੈਂ ਗੁਰੂ ਘਰ ਦੀ ਓਟ ਲੈ ਲਈ। ਕਹਿੰਦੇ ਆ ਇੱਕ ਵੱਡਾ ਜਵਾਨ ਸੰਤ ਆ, ਜਦੋਂ ਮੈਂ ਕਲਮ ਚਲਾਉਣਾ ਉਹ ਬਰੀ ਲਿਖ ਦਿੰਦਾ ਹੈ। ਉੱਠ ਕੇ ਖੜਾ ਹੋ ਗਿਆ। ਕਹਿੰਦੇ ਹੁਣ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ। ਕਹਿੰਦੇ ਹੁਣ ਤੈਨੂੰ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਨੇ ਬਰੀ ਕਰ ਦਿੱਤਾ। ਮੈਂ ਕੌਣ ਹਾਂ ਜਿਹੜਾ ਤੈਨੂੰ ਫਾਂਸੀ ਦੇ ਦਿਆਂ? ਉਹ ਜੱਜ ਵੀ ਚਰਨਾਂ 'ਚ ਹਾਜ਼ਰ ਹੋਇਆ, ਆਸ਼ੀਰਵਾਦ ਲਈ। ਮਹਾਂਪੁਰਖਾਂ ਦੇ ਬਚਨ ਸੀ, ਬਾਣੀ ਦੇ ਫਾਹੇ ਕਾਟੇ ਮਿਟੇ ਗਵਨ, ਫਤਿਹ ਪਈ ਮਨ ਜੀਤ, ਨਾਨਕ ਗੁਰ ਤੇ ਥਿਤ ਪਈ ਫਿਰਨ ਮਿਟੈ ਨਿਤ ਨੀਤ। ਟੂਟੇ ਬੰਧਨ ਜਾ ਸਕੇ ਹੋਆ ਸਾਧੂ ਸੰਗ, ਜੋ ਰਾਤੇ ਰੰਗ ਏਕੇ ਨਾਨਕ ਗੂੜਾ ਰੰਗ। ਸਰਪੰਚ ਦੀ ਪਿੰਡ ਵਿੱਚ ਪੁੱਛਦਾ ਸੁਣਦੀ ਹੈ, ਕੋਈ ਐਸਡੀਐਮ ਆ, ਤਹਿਸੀਲ 'ਚ ਆ, DC ਜ਼ਿਲ੍ਹੇ 'ਚ ਆ, ਕੋਈ ਮਨਿਸਟਰ ਆ, ਉਹਦਾ
ਸੂਬੇ ਜਾਂ ਦੇਸ਼ ਵਿੱਚ ਪ੍ਰਾਈਮ ਮਿਨਿਸਟਰ ਰਾਈਟ ਚੱਲਦਾ, ਪਰ ਜਿਹੜਾ ਸੰਤ ਆ ਨਾ ਪਰਮੇਸ਼ਰ ਦਾ, ਉਹਨਾਂ ਦੀ ਦਰਗਾਹ ਤੱਕ ਆਵਾਜ਼ ਜਾਂਦੀ ਹੈ। ਦਰਗਾਹ ਤੱਕ ਆਵਾਜ਼ ਪਹੁੰਚਦੀ ਉਹਨਾਂ ਦੀ। ਜਿਹੜੇ ਪਰਮਾਤਮਾ ਦੇ ਸੰਤ ਆ, ਦਰਗਾਹ ਚੱਲੇ, ਹਰ ਥਾਂ ਉਹਨਾਂ ਦਾ ਚੱਲਦੀ, ਹਰ ਥਾਂ ਉਹਨਾਂ ਦੀ ਮਨੌਤ ਹੈ। ਅੱਜ ਅਸੀਂ ਬਾਬਾ ਅਤਰ ਸਿੰਘ ਜੀ ਮਹਾਰਾਜ, ਉਹ ਸੰਤ ਅਵਤਾਰ ਸੀ। ਦੁਨੀਆ ਤੇ ਬਿਆਨ ਤੇ ਆਏ ਰਹੇ ਚਲੇ ਗਏ, ਪਰ ਅੱਜ ਉਹਨਾਂ ਮਹਾਂਪੁਰਖਾਂ ਨੂੰ ਨੌਵੇਂ ਪਾਤਸ਼ਾਹ ਜੀ ਨੇ ਕਿਹਾ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਜਾਂ ਤਾਂ ਉਹਦੇ ਨਾਮ ਦੀ ਬਰਕਤ ਹੈ, ਜਾਂ ਨਾਮ ਜਪਣੇ ਸਾਧੂ ਦੀ ਹੈ, ਜਾਂ ਗੁਰੂ ਤੇ ਗੋਬਿੰਦ ਪਰਮਾਤਮਾ ਦਾ, ਇਹ ਤਾਂ ਨਾਮ ਸਦਾ ਹੀ ਰਹਿੰਦਾ। ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦਾ ਅਸੀਂ ਜਨਮ ਉਤਸਵ ਮਨਾ ਰਹੇ ਹਾਂ। ਔਰ ਮਹਾਂਪੁਰਖਾਂ ਨੇ ਦੁਨੀਆ ਦੇ ਉੱਤੇ ਇਹਨਾਂ ਗੁਰਸਿੱਖਾਂ ਨੂੰ ਉੱਚਾ ਸੁੱਚਾ ਤਰੱਕੀ ਵਾਲਾ ਜੀਵਨ ਦੇਣ ਵਾਸਤੇ ਵਿਦਿਆ ਵੱਲ ਵੀ ਧਿਆਨ ਦਿੱਤਾ। ਮਹਾਂਪੁਰਖ ਸੇਵਾ ਕਰਦੇ, ਕੋਈ ਲੰਗਰਾਂ ਦੀ ਕਰ ਰਿਹਾ, ਕੋਈ ਇਮਾਰਤਾਂ ਦੀ ਕਰ ਰਿਹਾ, ਕਿਸੇ ਨੂੰ ਭੋਜਨ ਇੱਕ ਦੋ ਦਊ, 4 ਦਿਨ ਦਊਗਾ, ਪਰ ਜਦੋਂ ਕਿਸੇ ਨੂੰ ਵਿਦਿਆ ਮਿਲ ਜਾਂਦੀ, ਉਹ ਆਪ ਕਮਾ ਕੇ ਖਾਣ ਜੋਣਾ ਵਾਲਾ ਬਣ ਜਾਂਦਾ। ਅੱਜ ਆ ਉਹਨਾਂ ਦੀ ਸੋਚ। ਸੰਤ ਬਾਬਾ ਤੇਜਾ ਸਿੰਘ ਮਹਾਰਾਜ, ਬਾਬਾ ਇਕਬਾਲ ਸਿੰਘ ਕਾਕਾ ਜੀ ਬੈਠੇ ਹੈ, ਸਾਰੀ ਜਥੇਬੰਦੀ ਹੈ, ਸਾਰੇ ਸੇਵਾਦਾਰ ਆ, ਸਾਰੀਆਂ ਸੰਗਤਾਂ ਦੇਸ਼ ਪ੍ਰਦੇਸ਼ ਦੀਆਂ। ਇੱਕ ਛੋਟੀ ਉਮਰ 'ਚ ਐਡਾ ਵੱਡਾ ਕੰਮ ਕਰਨਾ, 60-70 ਹਜ਼ਾਰ ਵਿਦਿਆਰਥੀ ਚੱਲ ਰਹੇ ਹਨ। ਔਰ ਜਦ ਤੱਕ ਇਹ ਸੰਸਥਾ ਚੱਲਣਗੀਆਂ, ਪਤਾ ਨਹੀਂ ਇਹਨਾਂ ਦੀ ਗਿਣਤੀ ਕਿੱਥੇ ਤੱਕ ਪਹੁੰਚ ਜਾਏਗੀ। ਗੱਜ ਕੇ ਬੋਲੋ। ਪਿੱਛੇ ਕਿੰਨੇ ਵਿਦਿਆ ਲੈ ਕੇ ਚਲੇਗਾ, ਕਿੰਨੇ ਲੈ ਰਹੇ ਆ, ਕਦੋਂ ਤੱਕ ਇਹ ਚੱਲਦਾ ਰਹੇਗਾ। ਐਸਾ ਬੂਟਾ ਲਾਤਾ ਕਿ ਕਬੀਰ ਸਾਹਿਬ ਕਹਿੰਦੇ 12 ਮਾਸ ਫਲੰਤ। ਇੱਕ ਤਾਂ ਬੂਟਾ ਹੁੰਦਾ ਨਾ 6 ਮਹੀਨੇ ਫਲ ਦਿੰਦਾ, ਆ ਜਿਹੜਾ ਬੂਟਾ ਲਾ ਗਿਆ ਬਾਬਾ ਅਤਰ ਸਿੰਘ ਜੀ ਮਹਾਰਾਜ, ਇਸ ਬੂਟੇ 'ਚ ਨਾਮ ਬਾਣੀ ਦੀ ਪੇਂਦ ਦਿੱਤੀ ਹੈ। ਆ ਜਿਹੜੇ ਵਿਦਿਆਰਥੀ ਬੈਠੇ ਆ, ਸਕੂਲਾਂ 'ਚ ਵਿਦਿਆਰਥੀ ਹੈ ਜੀ ਆਇਆਂ, ਪਰ ਆ ਜਿਹੜੇ ਵਿਦਿਆਰਥੀ, ਇਹਨਾਂ ਨੂੰ ਨਾਲ ਨਾਲ ਗੁਰਸਿੱਖੀ ਦੀ ਰੰਗਣ ਵਿੱਚ ਰੰਗਿਆ ਜਾ ਰਿਹਾ। ਗੁਰਸਿੱਖੀ ਦੀ ਰੰਗਣ, ਬਾਣਾ ਵੀ, ਬਾਣੀ ਵੀ, ਨਿਤਨੇਮ ਵੀ, ਸਿਮਰਨ ਵੀ, ਕਥਾ ਵੀ, ਕੀਰਤਨ ਵੀ। ਆ ਹੁਣ ਦੇਖੋ ਸੈਂਕੜੇ ਪਾਠ ਚੱਲ ਰਹੇ ਹੈ, ਆ ਸਾਰੇ ਵਿਦਿਆਰਥੀ ਆਪੇ ਹੀ ਸੇਵਾ ਨਿਭਾ ਰਹੇ। ਇਹ ਕਿਹਦੀ ਕਿਰਪਾ ਹੈ? ਇਹ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਦੀ ਕਿਰਪਾ। ਅੱਜ ਜੈ ਜੈਕਾਰਾਂ ਹੋ ਰਹੀਆਂ, ਹਰ ਮਨ ਤਨ ਬਸਿਆ ਸੋਈ, ਜੈ ਜੈਕਾਰ ਕਰੈ ਸਭ ਕੋਈ। ਜੈ ਜੈਕਾਰ ਜਗਤਰ ਮੈਂ ਲੋਚਿਆ ਸਭ ਜੀਆ, ਸੋ ਪ੍ਰਸੰਨ ਪਏ ਕੇਸਵਾ ਕਿਛ ਬਿਘਨ ਨਾ ਥੀਆ। ਕਈ ਵਾਰੀ ਬੰਦੇ ਐਸੇ ਆਉਂਦੇ ਆ, ਉਹ 4 ਦਿਨ ਆਪਣੀ ਪ੍ਰਭਤਾ ਵਾਸਤੇ ਕਈ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਸੰਗ ਹੁਣ ਮੱਛਰ ਜੇ ਕੇ ਸਮੇਰ ਪਰਬਤ ਨੂੰ ਟੱਕਰ ਮਾਰੇ ਤੇ ਸਮੇਰ ਪਰਬਤ ਦਾ ਕੀ ਵਿਗੜਦਾ? ਕੋਈ ਵਿਗੜੇਗਾ? ਪਿੱਛੇ ਬਹੁਤ ਵੱਡੀ ਤਾਕਤ ਖੜੀ ਹੈ। ਉਹ ਤਾਕਤ ਕਿਹੜੀ ਹੈ? ਉਹ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ। ਬਾਬਾ ਅਤਰ ਸਿੰਘ ਮਹਾਰਾਜ ਜਦੋਂ ਹਰਖਵਾਲ ਵਾਲੇ ਮਹਾਂਪੁਰਖਾਂ ਨੂੰ ਮਿਲੇ ਆ ਤੇ ਨਮਸਕਾਰ ਕਰਨ ਲੱਗੇ, ਤੇ ਇਉਂ ਹੱਥਾਂ ਤੇ ਸੀਸ ਦੋਵਾਂ ਮਹਾਂਪੁਰਖਾਂ ਨੇ ਬੋਚ ਲਏ। ਗਲਵਕੜੀਆਂ ਪੈ ਗਈਆਂ। ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖਵਾਲ ਵਾਲੇ, ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਬਸਤੂਆਣੇ ਵਾਲੇ। ਤੇ ਸ਼ਬਦ ਪੜਿਆ, ਆਬਹੁ ਭੈਣੇ ਗਲ ਮਿਲੈ ਅੰਕ ਸਹੇਲੜੀਆ, ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ। ਮਹਾਂਪੁਰਖਾਂ ਦੇ ਐਸੇ ਅਲੌਕਿਕ ਕੌਤਕ ਹੈ। ਸੋ ਇਸ ਕਰਕੇ ਪ੍ਰੇਮੀਓ, ਉਹਨਾਂ ਦੇ ਅੰਦਰ ਐਸੀ ਧੀਰਜ ਵਿਵੇਕ, ਕਿਉਂਕਿ ਇੱਕ ਗ੍ਰੰਥ ਵਿੱਚ ਲਿਖਿਆ ਕਿ ਮੁਗਧ ਪੂਜਨਿਜ ਧਾਮ ਮੈਂ ਪ੍ਰਭੂ ਪੂਜਨਿਜ ਨਗਰ।
ਭੂ ਪੂਜ ਸਵੈ ਦੇਸ ਮੈਂ ਪੂਜਤ ਗੁਣੀ ਸਮਗਰ। ਜਿਹੜਾ ਮੂਰਖ ਹੈ ਉਹਦੀ ਪੂਜਾ ਘਰ ਵਿੱਚ ਤਾਂ ਹੁੰਦੀ ਹੈ, ਲੜ ਪਿੜ ਕੇ ਆਪਣੀ ਗੱਲ ਮਨਾ ਲਈ, ਬਾਹਰ ਕੌਣ ਜਾਣਦਾ। ਜਿਹੜਾ ਕੋਈ ਲੰਬੜਦਾਰ ਸਰਪੰਚ ਉਹਦਾ ਪਿੰਡ 'ਚ ਸਤਿਕਾਰ ਸੰਗਤ ਕਰਦੀ ਹੈ। ਜਿਹੜਾ ਰਾਜਾ ਹੈ ਦੇਸ਼ ਵਿੱਚ ਹੈ, ਉਹ ਵੀ ਜੇ ਨਿਆਂ ਇਨਸਾਫ ਦਾ ਰਾਜ ਕਰੇ, ਜੇ ਉਹ ਵੀ ਜ਼ੋਰ ਜ਼ੁਲਮ ਕਰ ਲੈ ਪਬਲਿਕ ਉਹਦੇ ਵੀ ਮਜ਼ਾਰੇ ਕਰਨ ਲੱਗ ਪਈ, ਉਹਦੇ ਵੀ ਬੁੱਤ ਫੂਕਣ ਲੱਗ ਪੈਂਦੀ ਹੈ। ਬਾਗੀ ਹੋ ਜਾਂਦੀ ਪਰਜਾ, ਜਨਤਾ ਜਨਾਰਦਨ। ਪੂਜਤ ਗੁਣੀ ਸਮਗਰ, ਜਿਹੜਾ ਗੁਣੀ ਵਿਦਵਾਨ ਪੁਰਖ ਹੈ ਉਹ ਜਿੱਥੇ ਜਾਂਦਾ ਉੱਥੇ ਉਹਦੀ ਪੂਜਾ। ਆ ਜਿੰਨੇ ਪਨੀਰੀ ਤਿਆਰ ਹੋ ਰਹੀ ਹੈ ਇਹ ਖਾਲਸਾ ਪੰਥ ਦੀ ਪਨੀਰੀ ਹੈ। ਸਿਆਣਾ ਮਾਲੀ ਉਹ ਹੁੰਦਾ ਵੀ ਬਾਗ ਲੱਗਾ ਆ, ਇਹ ਬਾਗ ਕਾਇਮ ਰਹੇ, ਉਹ ਨਵੇਂ ਬੂਟੇ ਵੀ ਨਾਲ ਤਿਆਰ ਕਰੀ ਜਾਂਦਾ। ਇੱਕ ਬਜ਼ੁਰਗ ਬੂਟੇ ਲਾ ਰਿਹਾ ਸੀ ਅੰਬਾਂ ਦੇ, ਕਹਿੰਦੇ ਬਾਪੂ ਜੀ ਤੁਸੀਂ ਤਾਂ ਬਿਰਧ ਹੋ ਗਏ, ਤੁਸੀਂ ਫਲ ਥੋੜ੍ਹੀ ਖਾਣਾ, ਪਹਿਲੇ ਸਰੀਰ ਛੱਡ ਜਾਓਗੇ। ਕਹਿੰਦੇ ਦੁਆਂ ਦੇ ਲਾਉਂਦੇ ਮੈਂ ਖਾ ਰਿਹਾ, ਮੇਰੇ ਲਾਇਕ ਕੋਈ ਹੋਰ ਖਾਈ ਜਾਊਗਾ। ਗੱਜ ਕੇ ਬੋਲੋ। ਇਸ ਕਰਕੇ ਗੁਰਮੁਖ ਪਿਆਰਿਓ, ਅੱਜ ਆ ਜਿਹੜੀ ਧਰਤੀ ਬਕੁੰਠ ਧਾਮ ਬਣੀ ਹੋਈ ਹੈ, ਬੈਕੁੰਠ ਨਗਰ ਜਹਾਂ ਸੰਤ ਬਾਸਾ। ਆਲੇ ਦੁਆਲੇ ਪਿੰਡ ਬਹੁਤ ਆ, ਕਈਆਂ ਨੂੰ ਕੋਈ ਜਾਣਦਾ ਨਹੀਂ। ਆ ਚੀਮੇ ਵਾਲਿਓ, ਤੁਹਾਡਾ ਪਿੰਡ ਸਾਰੀ ਵਰਲਡ ਵਿੱਚ ਮਸ਼ਹੂਰ ਹੋਇਆ, ਕਿਹਦੇ ਨਾਂ ਤੇ ਹੋਇਆ? ਇਹ ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ ਦੀ ਕਿਰਪਾ ਹੈ। ਉਵੇਂ ਦਾ ਕੱਲਾ ਚੀਮਾ ਸੀ, ਮਹਾਰਾਜ ਨੇ ਚਰਨ ਪਾਏ, ਇੱਥੇ ਆਏ, ਅੱਜ ਪਿੰਡ ਬਣ ਗਿਆ ਚੀਮਾ ਸਾਹਿਬ। ਪਿੰਡ ਨੂੰ ਸਾਹਿਬ ਦਾ ਨਾਂ ਲੱਗ ਗਿਆ ਕਿ ਨਹੀਂ ਲੱਗ ਗਿਆ? ਕਿਉਂਕਿ ਸਾਹਿਬ ਦੀ ਬੰਦਗੀ ਕਰਨ ਵਾਲੇ ਆ ਗਏ। ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ, ਉਹਨਾਂ ਦੇ ਆਉਣ ਤੋਂ ਪਹਿਲਾਂ ਕਿਸੇ ਨੂੰ ਸੁਪਨਾ ਸੀ ਆਹ ਦਿਨ ਵੀ ਇਸ ਪਿੰਡ ਨੂੰ ਦੇਖਣ ਨੂੰ ਮਿਲਣਗੇ। ਇੱਥੇ ਅਕੈਡਮੀਆਂ ਬਣ ਗਈਆਂ, ਇੱਥੇ ਕੋਤਰੀਆਂ ਚੱਲਣਗੀਆਂ, ਉੱਥੇ ਸੰਤ ਸਮਾਗਮ ਹੋਣਗੇ, ਕਥਾ ਕੀਰਤਨ ਹੋਣਗੇ, ਦੀਵਾਨ ਸਜਣਗੇ, ਗੁਰੂ ਕੇ ਲੰਗਰ ਚੱਲਣਗੇ, ਨਿਸ਼ਾਨ ਝੁਲਣਗੇ। ਇਹ ਕਿਹਦੀ ਬਦੌਲਤ? ਇਹ ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ ਦੀ ਬਦੌਲਤ ਸਾਰਾ ਕੁਝ ਹੋ ਰਿਹਾ। ਕਿਤੇ ਭੁੱਲ ਨਾ ਜਾਇਓ, ਅਕਿਰਤ ਘੰਟਾ ਦਾ ਦੋਸ਼ ਨਾ ਲੈ ਲਿਓ। ਵਫਾਦਾਰ ਬਣ ਕੇ ਇਸ ਸਥਾਨ ਦੀ ਸੇਵਾ ਕਰਨੀ ਹੈ। ਤੇ ਜਿਹੜਾ ਇਸ ਸਥਾਨ ਦੀ ਸੇਵਾ ਕਰੇਗਾ, ਜਿਹਨੀ ਕੀਤੀ ਪਿੱਛੇ ਕਮੀ ਰਹੇ ਨਹੀਂ, ਜਿਹੜੇ ਹੁਣ ਕਰਦੇ ਉਹਨਾਂ ਨੂੰ ਕਮੀ ਨਹੀਂ, ਜਿਹੜੇ ਗਾਂ ਉਹਨਾਂ ਨੂੰ ਕਮੀ ਰਹਿਣੀ ਕੋਈ ਨਹੀਂ। ਕਿਉਂਕਿ ਗੁਰੂ ਨਾਨਕ ਦਾ ਖਜ਼ਾਨਾ ਅਤੋਟ ਹੈ। ਬਾਬਾ ਅਤਰ ਸਿੰਘ ਸਾਹਿਬ ਕਹਿੰਦੇ ਸੀ ਖੂਹ ਦਾ ਪਾਣੀ ਕੱਢੀਏ ਬੋਰ ਦਾ, ਉਹ ਘਟਣਾ ਸ਼ੁਰੂ ਹੋ ਜਾਂਦਾ। ਜ਼ਿਆਦਾ ਬੋਰ ਚੱਲਣ ਤੇ ਕਈ ਵਾਰੀ ਪਾਣੀ ਛੱਡ ਜਾਂਦੇ ਆ। ਕਹਿੰਦੇ ਜਿਵੇਂ ਗੰਗਾ ਦਰਿਆ ਵਗਦਾ, ਜਿੰਨਾ ਕੱਢੀ ਜਾਓ ਪਿੱਛੇ ਪ੍ਰਵਾਹ ਹੀ ਜਾਂਦਾ। ਕਮਾਈ ਇੰਨੀ ਮਹਾਂਪੁਰਖ ਕਰ ਗਿਆ, ਉਨੇ ਮਗਰ ਹੋਰ ਤੁਰਿਆ ਆਉਂਦਾ। ਤੇ ਚਰਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ, ਮਾਲੇ ਨਾਮ ਦਾ ਖਜ਼ਾਨਾ ਨਾਮ ਦਾ। ਇਸ ਕਰਕੇ ਸਤਸੰਗੀਓ, ਸਤਿਗੁਰ ਸੱਚੇ ਪਾਤਸ਼ਾਹ ਨੇ ਤੁਹਾਡੇ ਨਗਰ ਤੇ ਇਲਾਕੇ ਤੇ ਕਿੱਡੀ ਵੱਡੀ ਮਿਹਰ, ਕਿੱਡੀ ਵੱਡੀ ਕਿਰਪਾ ਕਰ ਗਿਆ। ਹੁਣ ਆ ਦੇਖੋ, ਬਨਾਰਸ ਵਿੱਚ ਮਹਾਂਪੁਰਖਾਂ ਤੋਂ ਸ਼ਿਲਾਰੇਖ ਲਿਖਾਇਆ ਪੰਡਿਤ ਮਦਨ ਮੋਹਨ ਮਾਲਵੀਆ ਨੂੰ। ਆਰੀਆ ਸਮਾਜੀਆਂ ਦਾ ਲੀਡਰ ਸੀਗਾ। ਕਹਿੰਦੇ ਵੀ ਇੱਥੇ ਯੂਨੀਵਰਸਿਟੀ ਬਣਾਉਣੀ ਹੈ, ਵਿਸ਼ਵ ਵਿਦਿਆਲਾ। ਉਹਨਾਂ ਦੇ ਬੜੇ ਬੜੇ ਮੰਡਲੇਸ਼ਰਿਆ ਮਠਾਧੀਸ਼ ਹੈ, ਬੜੇ ਬੜੇ ਸ਼ੰਕਰਾਚਾਰਜ। ਕਹਿੰਦੇ ਕਿਹੜੇ ਮਹਾਂਪੁਰਖ ਤੋਂ ਨੀਂਹ ਪੱਥਰ ਰਖਾਇਆ? ਜਾਂ ਅੱਜ ਤਾਂ ਰਿਵਾਜ ਹੋ ਗਿਆ ਨਾ ਲੀਡਰਾਂ ਤੋਂ, ਉਦੋਂ ਲੋਕ ਜਿਹੜੇ ਸੀ ਭਜਨ ਵਾਲਿਆਂ ਤੋਂ ਨੀਂਹ ਰਖਾਉਂਦੇ ਹੁੰਦੇ ਸੀ। ਹੁਣ ਸਨਾਤਨੀ ਮਤ ਬੇਅੰਤ ਆ, ਹੁਣ ਸਾਰੇ ਨਿਗਾਹ ਘੁਮਾਈ। ਕਹਿੰਦੇ ਜੇ ਇਹਦਾ ਨੀਂਹ ਪੱਥਰ ਰਖਾਉਣਾ ਨਾ, ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਹੱਥੋਂ ਰਖਾਓ। ਗੱਜ ਕੇ ਬੋਲੋ। ਉਹਨਾਂ ਦੇ ਮਾਤੇ ਥੋੜੇ ਸਾਧ ਸੀ, ਗੱਲ ਕਮਾਈ ਦੀ ਹੈ। ਜਿਹੜੇ ਮਹਾਰਾਜ ਨੂੰ ਬੇਨਤੀ ਕੀਤੀ ਬਾਬਾ ਤੇਜਾ ਸਿੰਘ ਦੁਆਰਾ, ਕਹਿੰਦੇ ਵੀ ਪੰਜਾਂ ਪਿਆਰਿਆਂ ਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋਊਗਾ, ਫੇਰ ਕੀਰਤਨ, ਫਿਰ ਅਰਦਾਸ ਕਰਕੇ ਪ੍ਰਸ਼ਾਦ ਕਰਕੇ ਬਾਕ ਲੈ ਕੇ 7 ਇੱਟਾਂ ਸੋਨੇ ਦੀਆਂ ਰੱਖੀਆਂ ਵਿਸ਼ਵ ਵਿਦਿਆਲਾ ਕਾਸ਼ੀ।
ਅੱਜ ਵੀ ਸ਼ਿਲਾਲੇਖ ਲੱਗਾ ਉਹਨਾਂ ਦਾ। ਹੋਰ ਕਿੰਨੇ ਥਾਈਂ ਹੋਇਆ, ਉਹ ਤਾਂ ਗਿਣਤੀ ਮਿਣਤੀ ਕੋਈ ਨਹੀਂ। ਜਾਰਜ ਪੰਜਮ ਦੇ ਹਲੋ ਇੱਥੇ ਆਇਆ, ਜਿਹਦੇ ਰਾਜ ਸੂਰਜ ਨਹੀਂ ਛੁਪਿਆ। 365 ਰਾਜੇ ਗਏ। ਬਾਬਾ ਅਤਨ ਮਹਾਰਾਜ ਨੂੰ ਬੇਨਤੀ ਕੀਤੀ। ਮਹਾਰਾਜ ਕਹਿੰਦੇ ਅਸੀਂ ਤਾਂ ਆ ਵੀ ਹਾਥੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਣਗੇ, ਅਸੀਂ ਤਾਬਿਆ ਚੌਰ ਦੀ ਸੇਵਾ 'ਚ ਬੈਠਾਂਗੇ, 5 ਪਿਆਰੇ ਨਾਲ ਚੱਲਣਗੇ। ਤੇ ਜਾਰਜ ਪੰਜਮ ਘੋੜੇ ਤੇ ਆ, ਤੇ ਮਹਾਰਾਜ ਗੁਰੂ ਗ੍ਰੰਥ ਹਾਥੀ ਤੇ ਤਾਬਿਆ ਮਹਾਰਾਜ। ਆ ਪਿੱਛੇ ਅਸੀਂ ਮਸਤੂਆਣੇ ਗਏ, ਉਹ ਸਾਨੂੰ ਗੜੇਵਾਲ ਸਾਹਿਬ ਲੈ ਗਏ। ਜਿਹੜੇ ਦੇਖਿਆ ਤੇ ਉਹ ਫੋਟੋ ਉਸ ਟਾਈਮ ਦੀ ਹਾਥੀ ਵਾਲੀ, ਅਸੀਂ ਉਹ ਫੋਟੋ ਸਪੈਸ਼ਲ ਫਿਰ ਬਣਵਾਈ। ਇਹ 1911 ਦੀ ਗੱਲ ਆ ਸ਼ਾਇਦ, ਦੇਖ ਲਓ। ਯਾਦਾਂ ਮਹਾਂਪੁਰਖ ਅਸੀਂ ਭੁੱਲ ਜਾਂਦੇ ਹਾਂ। ਪਰ ਸਾਧ ਸੰਗਤ ਜੀ, ਆ ਕਿੰਨੀਆਂ ਬਰਕਤਾਂ। ਅੱਜ ਜਦਣ ਦਾ ਬਾਬਾ ਜੀ ਨੇ ਕਿਰਪਾ, ਨਵੀਂ ਲਹਿਰ ਬਹਿਰ ਹੋਈ, ਹਾਲ ਬਣ ਗਿਆ, ਕਿੰਨੇ ਕਮਰੇ, ਕੈਸਾ ਸੁੰਦਰ ਚੱਲ ਰਿਹਾ, ਕਿਰਪਾ ਹੋ ਰਹੀ ਹੈ। ਦੂਣ ਸਵਾਏ ਚੜ੍ਹਦੀ ਕਲਾ ਦੇ ਵਿੱਚ। ਸੋ ਇਸ ਕਰਕੇ ਸਤਸੰਗੀਓ, ਜੇ ਉਹਨਾਂ ਦਾ ਇਤਿਹਾਸ, ਉਹ ਤਾਂ ਐਉਂ ਆ ਜਿਵੇਂ ਕੋਈ ਪੰਛੀ ਆਕਾਸ਼ 'ਚ ਵਿਚਰੇ, ਆਕਾਸ਼ ਦਾ ਅੰਤ ਨਹੀਂ ਲੈ ਸਕਦਾ, ਮੱਛੀ ਪਾਣੀ ਦਾ ਅੰਤ ਨਹੀਂ ਲੈ ਸਕਦੀ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਪਰ ਵੱਡੀ ਗੱਲ ਇਹ ਆ ਕਿ ਜੇ ਕਿਸੇ ਦਾ ਪੁੱਤ ਯੋਗ ਹੋ ਜਾਏ ਨਾ, ਫਿਰ ਤਾਂ ਉਹ ਪਿਓ ਦੀ ਜਾਇਦਾਦ ਵਧਾਉਂਦਾ, ਮਹਿਮਾ ਵੀ ਵਧਾਉਂਦਾ, ਜਸ ਵੀ ਵਧਾਉਂਦਾ। ਜੇ ਕੋਈ ਉਹੋ ਜਿਹਾ ਆ ਜਾਏ ਦੁਰਯੋਧਨ ਵਰਗਾ, ਸਾਰਾ ਕੁਝ ਤਬਾਹ ਕਰ ਆ ਜਾਂਦਾ ਨਾ ਮਹਾਭਾਰਤ ਕਰਾ ਕੇ। ਰਾਵਣ ਵਰਗਾ ਆ ਜਾਏ। ਹੁਣ ਮਹਾਰਾਜਾ ਰਣਜੀਤ ਸਿੰਘ ਨੇ 1,25,000 ਵਰਗ ਮੀਲ ਲੰਬਾ ਰਾਜ ਬਣਾਇਆ। ਗਾਹਾਂ ਜੋਗ ਬਾਰ ਸਾਏ ਨਹੀਂ ਬਣਿਆ, ਹੀ ਨਹੀਂ ਸੰਭ ਹੋਇਆ। ਇਸੇ ਤਰ੍ਹਾਂ ਧਾਰਮਿਕ ਤੌਰ ਤੇ ਮਹਾਂਪੁਰਖ ਹੁੰਦੇ ਕਮਾਈ ਵਾਲੇ। ਯੋਗ ਚੇਲਾ ਆ ਜਾਏ, ਯੋਗ ਪੁੱਤਰ ਆ ਜਾਏ, ਉਹਨਾਂ ਦੀ ਮਹਿਮਾ ਨੂੰ ਬੁਲੰਦੀਆਂ ਤੱਕ ਲਈ ਜਾਂਦਾ। ਧੰਨ ਧੰਨ ਬਾਬਾ ਅਤਨ ਮਹਾਰਾਜ ਦੀ ਕਮਾਈ ਤਾਂ ਹੈ, ਪਰ ਧੰਨ ਬਾਬਾ ਤੇਜਾ ਸਿੰਘ ਜੀ ਔਰ ਬਾਬਾ ਇਕਬਾਲ ਸਿੰਘ ਜੀ, ਜਿਨ੍ਹਾਂ ਨੇ ਮਹਾਂਪੁਰਖਾਂ ਦੀ ਮਹਿਮਾ ਨੂੰ ਆ ਸੇਵਾ ਕਰ ਕਰਕੇ 4 ਚੰਨ ਲਾਤੇ। ਤੇ ਪੰਥ ਵੱਲੋਂ ਵੀ ਉਹਨਾਂ ਨੂੰ ਕਿੱਡਾ ਸਤਿਕਾਰ ਪਿਆਰ ਮਿਲ ਰਿਹਾ, ਸੰਗਤਾਂ ਵੱਲੋਂ ਵੀ ਦੇਸਾਂ ਪ੍ਰਦੇਸਾਂ 'ਚ। ਇਹ ਕਮਾਈ ਦੀਆਂ ਗੱਲਾਂ। ਸੋ ਇਸ ਕਰਕੇ ਸਤਸੰਗੀਓ, ਆਓ ਹੁਣ ਗਿਆਨੀ ਜੀ ਨੇ ਹੁਕਮਨਾਮਾ ਵੀ ਕੁਦਰਤੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਰਸਨਾ ਦਾ ਤੇ ਵੱਡਾ ਹੀ ਹੈ, ਪਰ ਅਰਥ ਆਪਾਂ ਕਰਾਂਗੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰੀਆਂ ਸੰਗਤਾਂ ਪਿਆਰ ਦੇ ਨਾਲ ਮਨ ਬਿਰਤੀ ਦੀ ਇਕਾਗਰਤਾ ਲਈ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਸੋਹੀ ਮਹੱਲਾ ਤੀਜਾ। ਸੂਹੀ ਰਾਗ ਦੀ ਬਾਣੀ ਹੈ, ਤੀਜੇ ਪਾਤਸ਼ਾਹ ਜੀ ਕਿਰਪਾ ਕਰਦੇ। ਜੇ ਲੋੜ ਹੈ ਵਰ ਵਾਲੜੀਏ, ਤਾਂ ਗੁਰ ਚਰਣੀ ਚਿਤ ਲਾਏ RAM। ਇਹ ਬਾਲੜੀਏ ਜੀਵ ਰੂਪੀ ਇਸਤਰੀ, ਤੈਨੂੰ ਉਹ ਪਤੀ ਮਿਲ ਜਾਏ ਜਿਹਦੇ ਪ੍ਰਾਪਤ ਕਰਨਾ ਤੈਨੂੰ ਵਿਧਵਾ ਪੁਣਾ ਦਾ ਦੁੱਖ ਨਾ ਹੋਵੇ। ਫਿਰ ਤੂੰ ਗੁਰੂ ਪਰਮਾਤਮਾ ਦੇ ਚਰਨਾਂ ਨਾਲ ਚਿੱਤ ਦੀ ਬਿਰਤੀ ਲਾ ਲੈਣਾ ਕਰ। ਕੱਲ੍ਹ ਵੀ ਬੇਰ ਸਾਹਿਬ ਕਥਾ ਕਰਦਿਆਂ ਬਚਨ ਕੀਤਾ ਸੀ ਕਿ ਕੋਈ ਤੇਲਣ ਤੇਲ ਵੇਚਦੀ ਫਿਰਦੀ ਹੈ, ਮੁਸ਼ਕੀ ਤੇਲ, ਬੜਾ ਤੇਲ, ਸੁੰਦਰ ਫਲਾਨਾ ਤੇ ਮੁਕੜਾ। ਭਗਤ ਪੀਪਾ ਜੀ ਗਗਰਾਉਣ ਸ਼ਹਿਰ ਦਾ ਰਾਜਾ ਸਾਧੂ ਹੋ ਗਿਆ ਸੀ। ਉਹ ਕਹਿਣ ਲੱਗਾ, ਬੀਬੀ ਜਿੰਨਾ ਤੂੰ ਆ ਮਗਜ ਖੋਰੀ ਤੇਲ ਵਾਸਤੇ ਕਰਦੀ ਆ, ਜੇ ਰੱਬ ਦਾ ਇੰਨਾ ਭਜਨ ਕਰੇ ਤੈਨੂੰ ਕੋਈ ਕਮੀ ਨਾ ਰਹੇ। ਉਹ ਜਵਾਨੀ ਦਾ, ਮਾਇਆ ਪਦਾਰਥਾਂ ਦਾ ਹੰਕਾਰ ਵੀ ਹੁੰਦਾ। ਉਹ ਕਹਿੰਦੀ, ਸੰਤ ਜੀ ਇਹ ਤਾਂ ਰੰਡੀਆਂ ਕਰਦੀਆਂ ਹੁੰਦੀਆਂ। ਕਹਿੰਦੇ, ਚੰਗਾ ਤੂੰ ਵੀ ਫੇਰ ਕਰ ਲਿਆ ਕਰੀ। ਉਹਦਾ ਉਹ ਪਤੀ ਗੁਜ਼ਰ ਗਿਆ। ਹੁਣ ਰੋਂਦੀ ਹੈ ਵੀ ਬਾਬਾ ਜੀ ਬਖਸ਼ੋ, ਕਿਉਂਕਿ ਮਾੜਾ ਬੋਲ ਨਹੀਂ ਨਾ ਬੋਲਣਾ ਚਾਹੀਦਾ। ਫਿੱਕਾ ਬੋਲ ਬਗੁਚਣਾ, ਸੁਣ ਮੂਰਖ ਮਨ ਅਜਾਣ।
ਫਿਰ ਮਹਾਂਪੁਰਖਾਂ ਅੱਗੇ ਤਾਂ ਬਿਲਕੁਲ ਹੀ ਨਹੀਂ ਬੋਲਣਾ ਚਾਹੀਦਾ, ਕਿਉਂਕਿ ਸਾਧੂ ਜੋ ਬਚਨ ਕਹਿ ਦਿੰਦੇ ਪੂਰਾ ਹੋ ਜਾਂਦਾ ਕਮਾਈ ਵਾਲੇ। ਸੋ ਇਸ ਵਾਸਤੇ ਹੇ ਜੀਵ ਰੂਪੀ ਇਸਤਰੀ, ਤੈਨੂੰ ਜਿਹੜਾ ਗੁਰੂ ਤੋਂ ਬੇਮੁਖ ਹੋਣਾ ਇਹ ਰੰਡੇਪਾ ਪਾਉਣਾ, ਵਿਧਵਾ ਪਣਾ। ਜੇ ਤੂੰ ਗੁਰੂ ਦੇ ਚਰਨਾਂ ਨਾਲ ਚਿੱਤ ਲਾ ਲੈ ਤੇ ਫਿਰ ਤੈਨੂੰ ਕਦੀ ਵੀ ਐਸਾ ਜਿਹੜਾ ਦੁੱਖ ਕਲੇਸ਼ ਉਹ ਨਹੀਂ ਭੋਗਣਾ ਪਵੇਗਾ। ਸਦਾ ਹੋਵਹਿ ਸੁਹਾਗਣੀ, ਹਰ ਜੀਉ ਮਰੈ ਨਾ ਜਾਏ RAM। ਤੇਰਾ ਜੀਵਨ ਸਦਾ ਸੁਹਾਗਣ ਇਸਤਰੀਆਂ ਵਾਂਗ ਸੁਖਦਾਈ ਬਣ ਜਾਏਗਾ। ਉਹ ਹਰੀ ਜੀਉ ਨਿਰੰਕਾਰ ਐਸਾ ਹੈ, ਨਾ ਉਹ ਜੰਮਦਾ ਹੈ ਨਾ ਮਰਦਾ ਹੈ। ਜਿਹੜਾ ਜੰਮੂਗਾ ਮਰੂਗਾ ਉਹ ਨਿਰੰਕਾਰ ਪ੍ਰਭ ਮੇਰਾ ਥਿਰ ਥਾਵਰੀ, ਹੋਰ ਆਵੈ ਜਾਏ। ਉਹ ਤਾਂ ਸਦਾ ਹੀ ਰਹਿਣ ਵਾਲਾ ਹੈ। ਇਸ ਕਰਕੇ ਬਰ ਅਬਨਾਸੀ ਪਾਇਆ, ਨਾ ਕਦੇ ਮਰੇ ਨਾ ਜਾਇਆ। ਉਹ ਐਸਾ ਹੈ, ਨਾ ਉਹ ਮਰਦਾ ਹੈ ਨਾ ਜੰਮਦਾ। ਐਸਾ ਜਨਮ ਮਰਨ ਤੇ ਰਹਿਤ ਨਾਰਾਇਣ ਹੈ, ਉਸ ਦੀ ਤੈਨੂੰ ਪ੍ਰਾਪਤੀ ਹੋ ਜਾਵੇਗੀ। ਹਰ ਜੀਉ ਮਰੈ ਨਾ ਜਾਏ, ਗੁਰ ਕੈ ਸਹਿਜ ਸੁਭਾਏ। ਸਾ ਤਨ ਕੰਤ ਪਿਆਰੀ। ਹਰੀ ਜੀਉ ਨਾ ਮਰਦਾ ਨਾ ਜੰਮਦਾ ਹੈ ਤੇ ਗੁਰੂ ਦੇ ਸਹਿਜ ਸੁਭਾਏ। ਸੋ ਤੇ ਸਿੱਧੇ ਹੀ ਬਚਨ ਦੀ ਕਮਾਈ ਕਰਨੇ ਨਾ, ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਫਿਰ ਸਾਧ ਸੰਗਤ ਜੀ ਸਹਿਜ ਸੁਭਾਏ ਸੋਤੇ ਸਿੱਧੇ ਹੀ ਬਰਕਤਾਂ ਜਿਹੜੀਆਂ ਪ੍ਰਾਪਤ ਹੋ ਜਾਂਦੀਆਂ ਹਨ। ਅੱਧੀ ਪੰਕਤੀ ਪੜਿਆ ਕਰੋ। ਸੱਚ ਸੰਜਮ ਸਦਾ ਹੈ ਨਿਰਮਲ। ਪਿਛਲੀ ਫੇਰ ਪੜੋ। ਸਦਾ ਹੋਵਹਿ ਸੁਹਾਗਣੀ। ਉਹ ਸਦਾ ਸੁਹਾਗਣੀ ਮੈਨੇ ਪਰਮਾਤਮਾ ਦੇ ਮਿਲਾਪ ਵਾਲਾ ਜੀਵਨ ਬਣ ਜਾਏਗਾ। ਹਰ ਜੀਉ ਮਰੈ ਨਾ ਜਾਏ RAM। ਫੇਰ ਰਮੇ ਹੋਏ RAM। ਉਹ ਜਿਹੜਾ ਹਰੀ ਜੀਉ ਨਿਰੰਕਾਰ, ਉਹ ਨਾ ਮਰਦਾ ਹੈ ਨਾ ਜੰਮਦਾ ਹੈ। ਹਰ ਜੀਉ ਮਰੈ ਨਾ ਜਾਏ, ਗੁਰ ਕੈ ਸਹਿਜ ਸੁਭਾਏ। ਗੁਰੂ ਦੁਆਰਾ ਸੁਤੇ ਸਿੱਧ ਗਿਆਨ ਦੀ ਪ੍ਰਾਪਤੀ ਕਰ ਲਈ, ਪਰਮਾਤਮਾ ਨਾਲ ਮਿਲਾਪ ਹੋ ਗਿਆ, ਉਹ ਨਿਰੰਕਾਰ ਰੂਪੀ ਬਰ ਮਿਲ ਜਾਏਗਾ। ਉਹ ਕਦੀ ਮਰਦਾ ਜੰਮਦਾ ਨਹੀਂ ਹੈ। ਸਾ ਤਨ ਕੰਤ ਪਿਆਰੀ। ਉਹ ਸਾ ਤਨ ਜਿਹੜੀ ਜੀਵ ਰੂਪੀ ਇਸਤਰੀ ਹੈ, ਉਹ ਕੰਤ ਮਾਲਕ ਦੀ ਪਿਆਰੀ ਹੋ ਜਾਂਦੀ। ਜਿਵੇਂ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਲਗੀਆਂ ਵਾਲੇ ਦੇ ਪਿਆਰੇ ਬਣ ਗਏ ਸਨ। ਸੱਚ ਸੰਜਮ ਸਦਾ ਹੈ ਨਿਰਮਲ। ਉਹਨਾਂ ਦਾ ਸੰਜਮ ਵਿਵੇਕ ਸੱਚਾ ਆ। ਇੱਕ ਤਾਂ ਦਿਖਾਵੇ ਦਾ ਸੰਜਮ ਹੁੰਦਾ ਨਾ, ਪਰ ਉਹਨਾਂ ਦਾ ਜਿੰਨਾ ਸੰਜਮ ਆ, ਹਾਂਜੀ, ਅੱਖਾਂ ਦਾ ਸੰਜਮ ਵੀ ਬਹੁਤ ਚੰਗਾ ਹੈ, ਕੰਨਾਂ ਦਾ ਸੰਜਮ ਵੀ ਚੰਗਾ ਹੈ, ਰਸਨਾਂ ਦਾ, ਪੈਰਾਂ ਦਾ, ਹੱਥਾਂ ਦਾ, ਮਨ ਦਾ, ਬੁੱਧੀ ਦਾ ਇਹ ਸੰਜਮ, ਖਾਣ ਪੀਣ ਪਹਿਨਣ ਦਾ, ਉੱਠਣ ਜਾਗਣ ਦਾ, ਫਿਰਨ ਤੁਰਨ ਦਾ ਸੰਜਮ ਤਾਂ ਬਹੁਤ ਤਰ੍ਹਾਂ ਦੇ। ਸੰਜਮ ਹਰ ਪਾਸੇ ਚੰਗਾ। ਖਰਚੇ ਦਾ ਵੀ ਸੰਜਮ ਚੰਗਾ। ਅੱਜ ਕੱਲ੍ਹ ਲੋਕਾਂ ਨੇ ਖਰਚੇ ਇੰਨੇ ਵਧਾ ਲਏ ਆ, ਤੇ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਤੇ ਲੋਕਾਂ ਨੂੰ ਬੜੀ ਔਖਿਆਈ ਹੋ ਜਾਣੀ ਕਿਸੇ ਦਿਨ। ਸੰਜਮ ਚੰਗਾ ਹੈ। ਜਿਹੜੇ ਵੀ ਬਸੰਜਮੇ ਹੋ ਕੇ ਗਏ ਦੁਖੀ ਹੋ ਗਏ। ਅੱਖਾਂ ਦਾ ਸੰਜਮ ਕੀ ਹੈ? ਇਹਦੇ ਨਾਲ ਗੰਦੀਆਂ ਫਿਲਮਾਂ, ਭੈੜੀ ਦ੍ਰਿਸ਼ਟੀ, ਮਾੜਾ ਨਹੀਂ ਦੇਖਣਾ। ਕੰਨਾਂ ਨਾਲ ਨਿੰਦਾ ਚੁਗਲੀ ਨਹੀਂ ਸੁਣਨੀ, ਜ਼ਬਾਨ ਨਾਲ ਝੂਠ ਨਹੀਂ ਬੋਲਣਾ, ਪੈਰਾਂ ਨਾਲ ਕੁਮਾਰਗ ਨਹੀਂ ਜਾਣਾ, ਹੱਥਾਂ ਨਾਲ ਚੋਰੀ ਨਹੀਂ ਕਰਨੀ, ਮਨ ਨਾਲ ਕਿਸੇ ਦਾ ਬੁਰਾ ਨਹੀਂ ਚਿੱਤ ਬਣਾ, ਬੁੱਧੀ ਨਾਲ ਗਲਤ ਧਾਰਨਾ ਨਹੀਂ ਕਰਨੀ। ਖਾਣ ਦਾ ਸੰਜਮ ਵੀ ਹੈ, ਪੀਣ ਦਾ ਵੀ ਸੰਜਮ ਹੈ, ਪਹਿਨਣ ਦਾ ਵੀ ਸੰਜਮ ਹੈ। ਇਸ ਵਾਸਤੇ ਸੰਜਮੀ ਜੀਵਨ ਜਿੱਧਰ ਵੀ ਰੱਖੋਗੇ ਉਧਰ ਹੀ ਚੰਗਾ ਹੈ। ਹੁਣ ਕਈ ਬੰਦੇ ਇੱਕ ਨੂੰ ਦੇਖੋ ਦੇਖੇ ਬੜਬੜੀਆਂ ਕੋਠੀਆਂ ਬਣਾਈ ਜਾਂਦੇ ਆ, ਫਿਰ ਕਰਜ਼ੇ ਹੋ ਜਾਂਦੇ, ਫਿਰ ਲੈਂਦੇ ਨਹੀਂ, ਦਾੜੀ ਨੂੰ ਮੁੱਛਾਂ ਵਧੀ ਜਾਂਦੀਆਂ, ਗੱਜ ਕੇ ਬੋਲੋ। ਫਿਰ ਜ਼ਹਿਰਾਂ ਖਾ ਖਾ ਮਰ ਰਹੇ, ਰੋਜ਼ ਅਖਬਾਰਾਂ ਪੜ੍ਹਦੇ ਹੀ ਆ ਨਾ। ਬੇਸੰਜਮੇ ਹੋਗਾ। ਖਾਣ ਦਾ ਵੀ ਸੰਜਮ, ਪਹਿਨਣ ਦਾ ਵੀ ਸੰਜਮ, ਬੋਲਣ ਚੱਲਣ ਦਾ ਵੀ, ਉੱਠਣ ਜਾਗਣ ਸੌਣ ਦਾ ਵੀ ਸੰਜਮ। ਅੱਧੀ ਅੱਧੀ ਰਾਤ ਹੀ ਟੈਲੀਵਿਜ਼ਨ ਦੇਖਦੇ ਰਹੇ, ਫਿਰ ਡਿਪਰੈਸ਼ਨ ਹੋ ਜਾਂਦਾ। ਸੰਜਮ, ਜ਼ਿਆਦਾ ਖਾਈ ਗਏ, ਜ਼ਿਆਦਾ ਪੀ ਗਏ, ਉਹ ਵੀ ਬਿਮਾਰੀਆਂ ਲੱਗ ਜਾਂਦੀਆਂ। ਇਸ ਕਰਕੇ ਸੰਜਮੀ ਜੀਵਨ ਚੰਗਾ ਹੁੰਦਾ ਹੈ। ਪਾਤਸ਼ਾਹ ਦੱਸਦੇ ਹਨ, ਫਿਰ ਪੜ੍ਹੋ ਜੀ।
ਸਚ ਸੰਜਮ ਸਦਾ ਹੈ ਨਿਰਮਲ। ਸੱਚਾ ਸੰਜਮੀ ਜਿਹੜਾ ਜੀਵਨ ਆ, ਇਹਦਾ ਨਾ ਸਦਾ ਵਾਸਤੇ ਨਿਰਮਲਤਾ ਪਵਿੱਤਰਤਾ ਆ ਜਾਂਦੀ ਹੈ। ਗੁਰ ਕੈ ਸ਼ਬਦ ਸਿਗਾਰੀ। ਗੁਰੂ ਦੇ ਸ਼ਬਦ ਦੁਆਰਾ ਉਹਨੇ ਆਪਣਾ ਜੀਵਨ ਸ਼ਿੰਗਾਰ ਲਿਆ। ਆ ਜਿਹੜੇ ਫੋਟੇ ਸ਼ਿੰਗਾਰ ਹਨ, ਇਹ ਮਨ ਵਿੱਚ ਵਿਸ਼ੇ ਵਿਕਾਰ, ਭੈੜੀਆਂ ਬਾਸ਼ਨਾ, ਕਲੇਸ਼ ਦਾ ਕਾਰਨ ਬਣ ਜਾਂਦੇ। ਉਹ ਇੱਕ ਦਿਨ ਇੱਕ ਕੋਈ ਬੀਬੀ ਨੇ ਮੁਰਕੀ ਪਾਈ ਸੀ, ਉਹ ਆ ਗਿਆ ਉਹ ਜਿਹਾ, ਉਹ ਝਪਟ ਮਾਰੀ ਤੇ ਕੰਨ ਵੀ ਟੁੱਟ ਗਿਆ। ਉਹ ਮੁਰਗੀ ਦਾ ਲੈ ਗਿਆ, ਉਹ ਜਿਹੜਾ ਪੋਟਾ ਜਿਹਾ ਸੀ ਦੇਗਾ, ਲੈ ਖਾਈ ਇਹਨੂੰ, ਹੁਣ ਤੂੰ ਜੜਾ ਲਈ ਡਾਕਟਰ ਤੋਂ, ਕਿਉਂਕਿ ਗਹਿਣੇ ਵੀ ਮੌਤ ਦਾ ਕਾਰਨ ਬਣ ਜਾਂਦੇ ਆ, ਝਗੜੇ ਰਗੜੇ ਦਾ। ਅਸਲੀ ਸ਼ਿੰਗਾਰ ਕੀ ਹਸਤ ਅਸਿਆ ਭੂਸ਼ਣ ਦਾਨ, ਹੱਥਾਂ ਨਾਲ ਦਾਨ ਕਰਨਾ, ਹੱਥਾਂ ਦਾ ਗਹਿਣਾ ਹੈ। ਇਸ ਵਾਸਤੇ ਜਿਹੜਾ ਹੈ ਸੱਚਾ ਸੰਜਮ ਔਰ ਗੁਰੂ ਦੇ ਸ਼ਬਦ ਦੁਆਰਾ ਜਿਹਨੇ ਜੀਵਨ ਸ਼ਿੰਗਾਰ ਲਿਆ। ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਸ਼ਬਦ ਦੀ ਕਮਾਈ ਕਰਕੇ ਆਪਣਾ ਜੀਵਨ ਸਵਾਰਿਆ। ਕਿੰਨਿਆਂ ਦਾ ਜੀਵਨ ਸਵਾਰ ਗਿਆ ਤੇ ਸਵਾਰੀ ਜਾਂਦੇ ਹੁਣ ਵੀ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਅੱਜ ਕਹਿੰਦੇ ਮੁੰਡੇ ਕੁੜੀਆਂ ਕਹਿਣਾ ਨਹੀਂ ਮੰਨਦੇ, ਤੇ ਬਾਬਾ ਅਤਰ ਸਿੰਘ ਦਾ ਦੁਨੀਆ ਕਿਉਂ ਕਹਿਣਾ ਮੰਨਦੀ ਹੈ? ਉਹਨੇ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਮੰਨਿਆ, ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਮੰਨਿਆ, ਤੇ ਜਿਹਨੇ ਗੁਰੂ ਦਾ ਹੁਕਮ ਮੰਨਿਆ, ਗੁਰੂ ਫਿਰ ਉਹਨਾਂ ਦਾ ਹੁਕਮ ਸਾਰਿਆਂ ਤੇ ਚਲਾ ਦਿੰਦੇ, ਉਹਨਾਂ ਦਾ ਹੁਕਮ ਵੀ ਲੋਕ ਮੰਨਣ ਲੱਗ ਜਾਂਦੇ ਹਨ। ਹਾਂਜੀ। ਮੇਰਾ ਪ੍ਰਭ ਸਾਚਾ ਸਦ ਹੀ ਸਾਚਾ। ਮੇਰਾ ਪ੍ਰਭ ਸੱਚਾ ਸਦਾ ਹੀ ਸੱਚਾ ਹੈ। ਜਿਨ ਆਪੇ ਆਪ ਉਪਾਇਆ। ਜਿਨ ਆਪਣੀ ਇੱਛਾ ਦੁਆਰਾ ਸਾਰੇ ਸੰਸਾਰ ਨੂੰ ਅਥਵਾ ਧੰਨ ਧੰਨ ਬਾਬਾ ਅਤਰ ਸਿੰਘ ਜੀ ਵਰਗੇ ਮਹਾਂਪੁਰਖਾਂ ਨੂੰ ਪੈਦਾ ਕੀਤਾ ਹੈ ਦੁਨੀਆ ਦੇ ਭਲੇ ਵਾਸਤੇ। ਨਾਨਕ ਸਦਾ ਪਿਰ ਰਾਵੇ ਆਪਣਾ। ਉਹ ਮਹਾਂਪੁਰਖ ਐਸੇ ਹੈ, ਸਦਾ ਹੀ ਆਪਣੇ ਮਾਲਕ ਨੂੰ ਯਾਦ ਕਰਦੇ ਹਨ। ਇੱਕ ਵਾਰੀ ਮਹਾਰਾਜ ਜੰਗਲ ਚਲ ਗਿਆ ਹਰਿਦੁਆਰ ਦੇ ਉੱਪਰ ਰਿਸ਼ੀਕੇਸ਼ ਤੋਂ। ਕਹਿੰਦੇ ਮਹਾਰਾਜ ਇੱਥੇ ਨਾ ਰਹੋ ਰਾਤ ਨੂੰ, ਇਹ ਚਸ਼ਮੇ ਤੇ ਸ਼ੇਰ ਪਾਣੀ ਪੀਣ ਵਾਸਤੇ ਆਉਂਦੇ ਆ। ਮਹਾਂਪੁਰਖ ਕਹਿੰਦੇ ਫਿਰ ਉਹਨਾਂ 'ਚ ਵੀ ਤਾਂ ਬ੍ਰਹਮ ਹੀ ਆ, ਕੋਈ ਗੱਲ ਨਹੀਂ। ਜੇ ਕਹਿੰਦੇ ਸਾਨੂੰ ਖਾ ਲੈਣਗੇ ਉਹਨਾਂ ਦਾ ਢਿੱਡ ਭਰ ਜਾਊਗਾ, ਜੀਦੇ ਰਹਾਂਗੇ ਨਾਮ ਜਪਦੇ ਰਹਾਂਗੇ। ਉਹ ਸ਼ੇਰ ਆਏ ਜੀ, ਪਾਣੀ ਪੀਤਾ, ਮਹਾਂਪੁਰਖਾਂ ਦੀਆਂ ਪਰਿਕਰਮਾ ਕਰਕੇ ਨਾ ਪੂਛਾਂ ਹਿਲਾ ਕੇ ਸਿਰ ਝੁਕਾ ਕੇ ਚਲੇ ਗਏ ਕਿ ਮਹਾਰਾਜ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ, ਤਾਮਸ਼ੀ ਰੂਹਾਂ, ਸਾਡਾ ਵੀ ਭਲਾ ਕਰ ਦਿਓ। ਮਹਾਂਪੁਰਖ ਉਹਨਾਂ ਦਾ ਵੀ ਭਲਾ ਕਰ ਦਿੰਦੇ ਹਨ। ਊਂਚਾ ਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ, ਗਾਵਤੇ ਉਧਰੇ ਸੁਣਤੇ ਉਧਰੇ ਬਿਨ ਸੇ, ਪਾਪ ਕਨੇਰੇ ਪਸ਼ੂ ਪ੍ਰੇਤ, ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ। ਉਹਨਾਂ ਮਹਾਂਪੁਰਖਾਂ ਤੋਂ ਸਦਾ ਬਲਿਹਾਰ ਜਾਂਦੇ ਹਾਂ। ਜਿਨ ਗੁਰ ਚਰਣੀ ਚਿਤ ਲਾਇਆ। ਧੰਨ ਮਹਾਂਪੁਰਖ ਹੈ ਜਿਨ੍ਹਾਂ ਨੇ ਹਮੇਸ਼ਾ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਚਿੱਤ ਦੀ ਬਿਰਤੀ ਲਾਈ ਹੋਈ ਹੈ। ਫਿਰ ਪਾਇੜਾ ਬਾਲੜੀਏ। ਜੀਵ ਰੂਪੀ ਇਸਤਰੀ ਉਹ ਧੰਨ ਜਿਨ੍ਹਾਂ ਨੇ ਆਪਣੇ ਪਿਰ ਮਾਲਕ ਨੂੰ ਪਾ ਲਿਆ ਹੈ। ਅਨ ਦਿਨ ਸਹਜੇ ਮਾਤੀ ਰਾਮ। ਦਿਨ ਰਾਤ ਸਹਿਜ ਗਿਆਨ ਦੁਆਰਾ ਉਹਦੇ ਪਿਆਰ ਵਿੱਚ ਮਾਤੀ ਮਸਤ ਰਹਿੰਦੇ ਹਨ। ਗੁਰਮਤੀ ਮਨ ਆਨੰਦ ਪਿਆ। ਗੁਰੂ ਦੀ ਮੱਤ ਧਾਰਨ ਕਰਕੇ ਉਹਨਾਂ ਦੇ ਮਨ ਸਦਾ ਹੀ ਆਨੰਦ ਬਣਿਆ ਰਹਿੰਦਾ। ਨਿਤ ਦੀਵਾਲੀ ਸਾਧਕੀ, ਅੱਠੇ ਪੈਰ ਬਸੰਤ, ਐਸਾ ਖੇੜਾ ਬਣਿਆ ਰਹਿੰਦਾ ਹੈ। ਤਿਤ ਤਨ ਮੈਲ ਨ ਰਾਤੀ ਰਾਮ। ਉਹਨਾਂ ਦੇ ਤਨ ਵਿੱਚ ਰਹਿਣ ਵਾਲਾ ਮਨ ਰੱਤੀ, ਥੋੜਾ ਮਾਤੀ ਵੀ ਮੈਲ ਨਹੀਂ ਰਹਿੰਦੀ, ਉਹ ਸ਼ੁੱਧ ਸਰੂਪ ਹੋ ਜਾਂਦੇ ਹਨ। ਤਿਤ ਤਨ ਮੈਲ ਨ ਰਾਤੀ, ਹਰ ਪ੍ਰਭ ਰਾਤੀ। ਹਰੀ ਪ੍ਰਭੂ ਦੇ ਨਾਮ ਸਿਮਰ ਵਿੱਚ ਰੱਤੇ ਹੋਏ ਰੰਗੇ ਹੋਏ ਮਨ ਵਾਲੇ ਹੈ। ਇਸ ਕਰਕੇ ਉਹਨਾਂ ਮਨ ਰੱਤੀ ਥੋੜਾ ਮਾਤਰ ਵੀ ਕੋਈ ਮੈਲ ਨਹੀਂ ਰਹਿੰਦੀ, ਬਿਲਕੁਲ ਸ਼ੁੱਧ ਪਵਿੱਤਰ ਹੋ ਜਾਂਦੇ ਹਨ। ਮੇਰਾ ਪ੍ਰਭ ਮੇਲ ਮਿਲਾਏ ਰਾਮ ਮਿਲਾਏ। ਮੇਰਾ ਜਿਹੜਾ ਪ੍ਰਭੂ ਮਹਾਂਪੁਰਖਾਂ ਦਾ ਮੇਲ ਮਿਲਾ ਕੇ ਗੁਰਮੁਖ ਪਿਆਰਿਆਂ ਨੂੰ ਆਪਣੇ ਚਰਨਾਂ ਨਾਲ ਮਿਲਾ ਲੈਂਦਾ ਹੈ। ਬਾਬਾ ਅਤਰ ਸਿੰਘ ਜੀ ਮਹਾਰਾਜ ਨੂੰ ਇੱਕ ਨਿਹੰਗ ਹੈ ਤਾਂ ਚੰਗੇ ਕਮਾਈ ਵਾਲੇ ਸੀ। ਕਹਿੰਦੇ ਮਹਾਰਾਜ ਤੁਸੀਂ ਸਮਰੱਥ ਮਹਾਂਪੁਰਖਿਆਂ ਸਰਬਾਗਿਆਂ, ਆਪ ਕਿਰਪਾ ਕਰੋ, ਤੁਹਾਨੂੰ ਹਰ ਵੇਲੇ ਦਸਮ ਪਾਤਸ਼ਾਹ ਸਾਖਿਆਤ ਹਨ, ਤੇ ਇਹ ਦੱਸੋ ਕਿ ਮਹਾਰਾਜ ਦਾ ਸਰੂਪ ਕੈਸਾ ਸੀ। ਤਾਂ ਮਹਾਰਾਜ ਬੜੇ ਹੱਸ ਪਏ, ਖੁਸ਼ ਹੋ ਗਏ। ਉਹ ਨਿਹੰਗ ਸਿੰਘ ਦੇ ਗਲ 'ਚ ਕੰਘੀ ਪਾ ਕੇ ਨਾ ਧੌਣ ਨੂੰ ਨੇਤਰਾਂ ਨਾਲ ਨੇਤਰ ਮਿਲਾ ਕੇ ਕਹਿਣ ਲੱਗੇ ਨਾ ਕਿਰਪਾ ਕਰ ਦਿੱਤੀ। ਕਹਿੰਦੇ ਨਿਹੰਗ ਸਿਆਂ, ਮੇਰਾ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਸੀ,
ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਅੱਜ ਤੱਕ ਕਿਸੇ ਨੇ ਆਪਣਾ ਰੂਪ ਦਿੱਤਾ ਕਿਸੇ ਨੂੰ, ਚੇਲੇ ਨੂੰ? ਇੱਕ ਕਲਗੀਆਂ ਵਾਲਾ ਪਾਤਸ਼ਾਹ ਜਿਹੜਾ ਆਪਣਾ ਸਰੂਪ ਦੇ ਗਿਆ, ਪਰ ਅਸੀਂ ਉਹ ਸਰੂਪ ਵਿਗਾੜ ਕੇ ਹੁਣ ਕੀ ਬਣੇ ਫਿਰਦੇ ਹਾਂ। ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਜਨਮ ਦਿਨ 'ਤੇ ਸਿੱਖਿਆ ਲੈ ਕੇ ਜਾਓ, ਇਹ ਪਤਤਪੁਣਾ ਨਸ਼ੇ ਛੱਡ ਕੇ ਖੰਡੇ-ਬਾੜ ਦਾ ਅੰਮ੍ਰਿਤ ਛਕ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹਦੇ ਵਿੱਚ 10 ਗੁਰੂਆਂ, ਗੁਰੂ ਗ੍ਰੰਥ, ਮਹਾਂਪੁਰਖਾਂ ਦੀ ਖੁਸ਼ੀ ਹੈ। ਪੀਵਹੁ ਪੌਲ ਖੰਡ ਧਾਰ ਹੋਵੇ ਜਨਮ ਸਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਬਾਬਾ ਅਤਰ ਸਿੰਘ ਮਹਾਰਾਜ ਨੂੰ ਕੋਈ ਕਹਿੰਦਾ ਮਹਾਰਾਜ ਨਾਮ ਦੇ ਦਿਓ, ਕਹਿੰਦੇ ਗੁਰੂ ਘਰ ਵਿੱਚ ਕੋਈ ਕੰਨਾ ਬਾਟੀ ਕੁਰਰ ਨਾਮ ਨਹੀਂ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕੋ, ਜੋ 5 ਪਿਆਰੇ ਦੱਸਦੇ ਇਹੀ ਨਾਮ ਆ। ਗੱਜ ਕੇ ਬੋਲੋ ਵਾਹ। ਇੱਕ ਰਾਈ ਮਾਤਰ ਵੀ ਸਿੱਖੀ ਸਿਧਾਂਤ ਤੋਂ ਬਾਹਰ ਨਹੀਂ ਗਏ, ਤਾਂ ਬਾਬਾ ਅਤਰ ਸਿੰਘ ਦੀ ਸਾਰੇ ਜਹਾਨ ਤੇ ਮਹਿਮਾ ਹੋ ਰਹੀ ਹੈ। ਅਨ ਦਿਨ ਰਾਵੇ ਹਰ ਪ੍ਰਭ ਆਪਣਾ, ਦਿਨ ਰਾਤ ਆਪਣੇ ਪ੍ਰਭੂ ਨੂੰ ਰਾਵੇ ਚੇਤੇ ਕਰਦੇ ਹਨ, ਕਰਾਉਂਦੇ ਹਨ ਚੇਤੇ। ਵਿੱਚੋਂ ਆਪ ਗਵਾਏ, ਜਿਨ੍ਹਾਂ ਨੂੰ ਉਹਨਾਂ ਦਾ ਬਚਨ ਮੰਨ ਕੇ ਆਪਾ ਭਾਵ ਹੰਕਾਰ ਗਵਾ ਦਿੱਤਾ ਹੈ। ਗੁਰਮਤ ਪਾਇਆ ਸਹਿਜ ਮਿਲਾਇਆ, ਗੁਰੂ ਦੀ ਮੱਤ ਨੂੰ ਪਾ ਕੇ ਗਿਆਨ ਦੁਆਰਾ ਸੁਤੇ ਸਿੱਧ ਹੀ ਪਰਮਾਤਮਾ ਨੂੰ ਮਿਲੇ ਤੇ ਮਿਲਾ ਦਿੰਦੇ ਹਨ। ਆਪਣੇ ਪ੍ਰੀਤਮ ਰਾਤੀ, ਆਪਣੇ ਪ੍ਰੀਤਮ ਦੇ ਪਿਆਰ ਰੰਗ ਵਿੱਚ ਰੱਤੇ ਰਹਿੰਦੇ ਹਨ। ਨਾਨਕ ਨਾਮ ਮਿਲੈ ਵਡਿਆਈ, ਕਹਿੰਦੇ ਉਹਨਾਂ ਨੂੰ ਵਡਿਆਈ ਇੰਨੀ ਕਿਉਂ ਮਿਲੀ? ਸ਼ਬਦ ਦੀ ਕਮਾਈ, ਸ਼ਬਦ ਸੁਰ ਦਾ ਅਭਿਆਸ। ਬਾਬਾ ਤੇਜਾ ਸਿੰਘ ਨੂੰ ਜਿਹੜੇ ਭੇਜਿਆ ਬਾਹਰ, ਕਹਿੰਦੇ ਕਹਿ ਦਿਓ ਇਹ ਨਹੀਂ ਈਟ ਡਰਿੰਕ ਟੂ ਮੈਰੀ, ਖਾਓ ਪੀਓ ਮੌਜ ਅਡਾਓ, ਇਹ ਜੀਵਨ ਨਹੀਂ। ਉੱਤੇ ਦੱਸਣ ਇੱਕ ਜੀਵਨ ਹੋ ਰਿਹਾ ਹੈ, ਉਹ ਸਿਮਰਨ ਹੈ ਰਸਨਾ ਦੁਆਰਾ, ਬੈਖਰੀ ਦਾ, ਕੰਠ ਮਧਮਾ ਦਾ ਔਰ ਪਛਾਂਤੀ ਹਿਰਦੇ ਦਾ, ਪਰਾ ਬਾਣੀ ਨਾਭੀ ਦਾ, ਫਿਰ ਓਮ ਰੋਮ ਦੀ ਅਵਸਥਾ ਕਿਸ ਤਰ੍ਹਾਂ। ਕਹਿੰਦੇ ਉਹਨਾਂ ਨੂੰ ਜਾ ਕੇ ਦੱਸ। ਇਹ ਬਾਬਾ ਤੇਜਾ ਸਿੰਘ ਨੂੰ ਭੇਜਿਆ। ਜਦੋਂ ਉੱਥੇ ਗੁਰਦੁਆਰਾ ਬਣਾਇਆ, ਅੱਜ ਵੀ ਉਹ ਬਿਲਡਿੰਗ ਹੈ, ਦਰਸ਼ਨ ਕੀਤੇ ਆ, ਨਗਰ ਕੀਰਤਨ ਹੋਇਆ ਤੇ ਗੋਰਿਆਂ ਨੂੰ ਮਹਾਰਾਜ ਦੇ ਦਰਸ਼ਨ, 5 ਪਿਆਰੇ ਗੁਰੂ ਗ੍ਰੰਥ। ਕਹਿੰਦੇ ਕਮਾਲ ਹੈ, ਕਿਉਂਕਿ ਮਹਾਂਪੁਰਖਾਂ ਨੇ ਬਰਕਤ ਦੇ ਕੇ ਭੇਜਿਆ ਸੀ। ਉਹ ਹੁਕਮ ਲਾਇਆ ਸੀ ਜੇ ਤੇਰਾ ਚਿੱਤ ਬੋਲਣ ਨੂੰ ਕਰੇ ਫੇਰ ਨਹੀਂ ਬੋਲਣਾ, ਤੇਰਾ ਚਿੱਤ ਲੈਕਚਰ ਨੂੰ ਨਾ ਕਰੇ ਤਾਂ ਕਰਨਾ। ਜੇ ਆਪਣੇ ਮਨ ਨਾ ਕਰੇਗਾ ਤੇਰੇ ਪਿੱਛੇ ਤੇਰੀ ਹੋਮੇ ਹੋਏਗੀ। ਜਦੋਂ ਤੂੰ ਗੁਰੂ ਦੇ ਹੁਕਮ 'ਚ ਬੋਲੇਗਾ ਤੇਰੀ ਰਸਨਾ ਤੇ ਮਹਾਰਾਜ ਵਸਣਗੇ। ਗੱਜ ਕੇ ਬੋਲੋ ਵਾਹ। ਅੱਜ ਤਾਂ ਹੀ ਟਾਈਮ ਲਈ ਲੜਦੇ ਆ, ਝਗੇ ਪਾੜਦੇ, ਮੈਨੂੰ ਟਾਈਮ ਨਹੀਂ ਮਿਲਿਆ। ਪਰ ਮਹਾਰਾਜ ਕਹਿੰਦੇ ਜਦੋਂ ਉਹ ਬੁਲਾਉਂਦਾ ਹੈ, ਹਾਂ ਆਪ ਹਾਂ ਬੋਲ ਨਾ ਜਾਣਦਾ ਮੈਂ ਕਹਿਆ ਸਭ, ਹੁਕਮ ਆਓ ਜੀਓ। ਇੱਕ ਜਗ੍ਹਾ ਮਹਾਰਾਜ ਗਏ, ਬਹੁਤ ਸੰਗਤਾਂ, ਇੱਕ ਗਿਆਨੀ ਜੀ ਨੇ ਬੜਾ ਪ੍ਰਚਾਰ ਕੀਤਾ, ਅੰਮ੍ਰਿਤ ਛਕੋ ਜੀ, ਕਿਸੇ ਸਾਧ ਸੰਤ ਨੂੰ ਨਾ ਮੰਨੋ ਜੀ, ਤੇ ਅੰਮ੍ਰਿਤ ਲਈ 5-10 ਤਿਆਰ ਹੋਏ। ਫਿਰ ਸੰਗਤਾਂ ਨੇ ਪ੍ਰਬੰਧਕਾਂ ਬੇਨਤੀ, ਮਹਾਰਾਜ ਆਪ ਕਿਰਪਾ ਕਰ ਦਿਓ, ਸੰਗਤ ਬਹੁਤ ਆ, ਵੀ 5-7 ਛਕਿਆ ਦੀ ਕੀ ਗੱਲ ਹੋਈ? ਮਹਾਰਾਜ ਫਿਰ ਸਟੇਜ ਤੇ ਬੋਲੇ, 10-12 ਹਜ਼ਾਰ ਬੰਦਾ ਤਿਆਰ ਹੋ ਗਿਆ। ਕਹਿੰਦੇ ਮਹਾਰਾਜ ਸੰਗਤ ਉਹੀ ਸੀ, ਗਿਆਨੀ ਜੀ ਨੇ ਬੜੀਆਂ ਲੱਛੇਦਾਰ ਗੱਲਾਂ ਕੀਤੀਆਂ, ਬੰਦੇ 5-7 ਉਹੀ ਸੰਗਤ ਇੰਨੇ। ਕਹਿੰਦੇ ਉਹਦੀ ਜ਼ੁਬਾਨ ਤੇ ਉਹਦੀ ਹੋਮੇ ਬੋਲਦੀ ਸੀ। ਸਾਡੀ ਰਸਨਾ ਤੇ ਧੰਨ ਗੁਰੂ ਨਾਨਕ ਸਾਹਿਬ ਬੋਲੇ ਆ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜੋ, ਸਗਲੇ ਦੁਖ ਭਲਾਇਣ। ਕਮਾਈ ਵਾਲਿਆਂ ਦੀਆਂ ਗੱਲਾਂ ਐਸੀਆਂ ਹੁੰਦੀਆਂ ਹਨ। ਪ੍ਰਭ ਰਾਵੇ ਰੰਗ ਰਾਤੀ, ਰੰਗ ਵਿੱਚ ਰੱਤੇ ਹੋਏ ਪ੍ਰਭੂ ਦਾ ਜਸ ਗਾਉਂਦੇ ਹਨ। ਫਿਰ ਰਾਵੇ ਰੰਗ ਰਾਤੜੀਏ, ਆਪਣੇ ਮਾਲਕ ਨੂੰ ਦੇ ਰੰਗ ਵਿੱਚ ਰੱਤੇ ਹੋਏ ਦਿਨ ਰਾਤ ਉਹਦੇ ਗੁਣ ਗਾਉਂਦੇ ਆ, ਨਾਮ ਜਪਦੇ। ਕਿਉਂਕਿ ਉਦੋਂ ਆਵਾਜ਼ ਵੀ ਮਹਾਂਪੁਰਖਾਂ ਦੀ ਬੜੀ ਦੂਰ ਜਾਂਦੀ ਸੀ। ਸਾਡੇ ਕੋਲ ਇੱਕ ਜੈਨੀ ਮਹਾਂਪੁਰਖਾਂ ਦਾ ਪੁਸਤਕ ਆ, ਉਹਦੇ 'ਚ ਉਹਨਾਂ ਨੇ ਤੀਰਥੰਕਰਾਂ ਦੇ ਕੁਝ ਲੱਛਣ ਲਿਖੇ ਆ। ਜਦੋਂ ਜਨਮ ਧਾਰਦੇ ਉਹਨਾਂ ਦੀ ਮਾਤਾ ਨੂੰ 14 ਤਰ੍ਹਾਂ ਦੇ ਸੁਪਨੇ ਆਉਂਦੇ ਆ। ਉਹਨਾਂ ਦੇ ਸਰੀਰ ਵਿੱਚ ਸੁਗੰਧੀ ਹੁੰਦੀ ਹੈ। ਉਹਨਾਂ ਦੀ ਆਵਾਜ਼ ਜਿਹੜੀ ਬਿਨਾਂ ਮਾਈਕਾਂ ਤੋਂ ਇੰਨੀ ਦੂਰ ਤੱਕ ਸੁਣਾਈ ਦਿੰਦੀ ਹੈ, ਔਰ ਪ੍ਰਕਿਰਤੀ ਉਹਨਾਂ ਨੂੰ ਨਮਸਕਾਰ ਕਰਦੀ ਹੈ।
ਬਹੁਤ ਗੁਣ ਲਿਖੇ ਆ ਉਹਦੇ ਵਿੱਚ ਉਹਨਾਂ ਨੇ। ਤੇ ਬਾਬਾ ਅਤਰ ਸਿੰਘ ਮਹਾਰਾਜ ਜਦੋਂ ਕਿਰਪਾ ਕਰਦੇ ਸੀ, ਬੜੀ ਦੂਰ ਆਵਾਜ਼ ਜਾਂਦੀ, ਉਦੋਂ ਸਪੀਕਰ ਸਪੂਕਰ ਤਾਂ ਹੁੰਦੇ ਨਾ। ਕੋਈ ਜ਼ਿਮੀਂਦਾਰ ਨੱਕੇ ਮੋੜ ਰਿਹਾ ਤੇ ਹੁਣ ਖੁੱਲ੍ਹੇ ਜਿਹਾ ਲੋਕ ਕਹਿੰਦੇ ਸਾਧ ਕਿਵੇਂ ਕੱਟੇ ਵਾਂਗੂ ਅੜਾ ਰਿਹਾ। ਉਹ ਜਾਣੀ ਜਾਣ ਨੂੰ ਨਹੀਂ ਧਾਰਨਾ ਲਾਤੀ, ਕੋਈ ਸਾਧ ਕੱਟੇ ਵਾਂਗੂ ਅੜਾਵੇ ਪਰ ਹਰੀ ਦਾ ਜਸ ਗਾਵੇ। ਉਹ ਜੀ ਕਹੀ ਸੁੱਟ ਕੇ ਦੌੜਾ ਵੀ ਕਮਾਲ ਦੀ ਗੱਲ, ਮੈਂ ਪਾਪੀ ਕੀ ਬੋਲ ਰਿਹਾ। ਉਹ ਤਾਂ ਅੰਤਰਜਾਮੀ ਚਰਨਾਂ 'ਚ ਡਿੱਗ, ਕਹਿੰਦੇ ਬਖਸ਼ ਦਿਓ। ਕਹਿੰਦੇ ਜਦ ਗੁਰੂ ਗ੍ਰੰਥ ਨੂੰ ਮੱਥਾ ਟੇਕਿਆ ਤਾਂ ਹੁਣ ਤਾਂ ਬਖਸ਼ਿਆ ਗਿਆ। ਤੇ ਸਾਨੂੰ ਕੋਈ ਕਹਿ ਦੇ ਆਪਾਂ ਨੱਕ ਤੇ ਮੱਖੀ ਬਹਿਣ ਦਿੰਦੇ ਹਾਂ, ਪਰ ਮਹਾਂਪੁਰਖਾਂ 'ਚ ਖਿਮਾ ਵੀ ਕਿੰਨੀ ਹੁੰਦੀ ਹੈ। ਤਪਨਾ ਖਿਮਾ ਸਮਾਨ ਐਡੀ ਵੱਡੀ ਉਹਨਾਂ ਜਰਨ ਸ਼ਕਤੀ ਹੁੰਦੀ ਹੈ। ਅੰਬਾਲੇ ਦੇ ਇਲਾਕੇ 'ਚ ਗਿਆ ਰੁਪਾਲ ਹੇੜੀ ਇੱਕ ਪਿੰਡ ਆ, ਉੱਥੇ ਕਾ 10 ਮਹਾਂਪੁਰਖ ਹੋਏ ਆ। ਦੀਵਾਨ ਲੱਗਾ ਹੋਇਆ ਸੀ ਤੇ ਮਹਾਰਾਜ ਤਾਬਿਆ ਸ਼ਸ਼ੋਭਤ ਸੰਤ ਚੌਰ ਦੀ ਸੇਵਾ 'ਚ, ਕਹਿੰਦੇ ਸੰਤਾਂ ਨੂੰ ਕਹੋ ਮੈਨੂੰ ਆ ਕੇ ਮਿਲਣ। ਜਿਹੜੇ ਮਹਾਰਾਜ ਹੁਣਾਂ ਨੂੰ ਕਿਹਾ, ਉਹ ਕਹਿੰਦੇ ਪਏ ਅਸੀਂ ਸੰਤ ਜੀ ਨੂੰ ਕਹੋ ਮੇਰੇ ਕੋਲ ਆ ਕੇ ਬਹਿ ਜਾਣ। ਨਮਸਕਾਰ ਕਰਕੇ ਦੀਵਾਨ ਸਜਿਆ ਹੋਇਆ, ਮੈਂ ਉੱਠ ਕੇ ਗਿਆ, ਸੰਗਤ ਉੱਠ ਖੜਨੀ ਆ, ਦੀਵਾਨ ਖੰਡਿਤ ਹੋਏਗਾ, ਮਹਾਰਾਜ ਦੀ ਬੇਅਦਬੀ ਹੋਏਗੀ। ਦੀਵਾਨ ਦੀ ਸੰਪੂਰਨਤਾ ਬਾਅਦ ਜੋ ਹੁਕਮ ਕਰਨਗੇ। ਉਹ ਜਾ ਕੇ ਸੁਨੇਹਾ ਦਿੱਤਾ। ਉਹ ਜੀ ਕਈ ਉੱਚੇ ਨੀਵੇਂ ਸ਼ਬਦ ਬੋਲਦਾ ਗਿਆ ਤੇ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਕੋ ਬੜੇ ਸਰਾਪ ਦਿੰਦਾ ਗਿਆ। ਮਹਾਰਾਜ ਹੱਸ ਪਏ, ਕਹਿੰਦੇ ਸੱਪ ਨੂੰ ਸੱਪ ਲੜੇ ਬੇ ਕਿਹਨੂੰ ਚੜੇ। ਗੱਜ ਕੇ ਬੋਲੋ ਵਾਹਿਗੁਰੂ। ਮਹਾਰਾਜ ਕਹਿੰਦੇ ਸੱਪ ਨੂੰ ਸੱਪ ਲੜੇ ਬੇ ਕਿਹਨੂੰ ਚੜੇ। ਕਹਿੰਦੇ ਸਾਡੇ ਤੇ ਨਹੀਂ, ਹੁਣ ਬਰ ਸਰਾਪਾਂ ਤੋਂ ਉੱਪਰ ਹੋ ਗਏ ਅਸੀਂ। ਇੱਕ ਵਾਰੀ ਪੁੱਛਿਆ ਸੀ ਮਹਾਰਾਜ, ਕਹਿੰਦੇ ਗ੍ਰੰਥਕਾਰ 'ਤੇ 7 ਭੂਮਿਕਾ ਹੁੰਦੀਆਂ, ਆਪ ਜੀ ਕਿਹੜੀ ਭੂਮਿਕਾ 'ਚ ਰਹਿੰਦੇ ਆ। ਤੇ ਮਹਾਰਾਜ ਨੇ ਬੜਾ ਝਟਕਾ ਜਿਹਾ ਉੱਤਰ ਦਿੱਤਾ, ਕਹਿੰਦੇ ਇੱਥੇ ਭੂਕਾਂ ਪਾਕਾਂ ਨਹੀਂ, ਇੱਥੇ ਤਾਂ ਗੰਢਾ ਹੀ ਆ। ਇੱਥੇ ਨਹੀਂ ਕਹਿੰਦੇ ਹੁਣ ਭੂਕਾਂ ਪਾਕਾਂ ਰਹਿ ਗਈਆਂ, ਹੁਣ ਤਾਂ ਪਹੁੰਚ ਗਿਆ, ਉਹਦੇ ਵਿੱਚ ਭੇਦ ਹੋ ਗਿਆ। ਕਿਉਂਕਿ ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਹਰ ਹਰ ਜਾਂਦੂ ਏਕ ਹੈ, ਬੇਵਿਚਾਰ ਕਛ ਨਾਹੀਂ। ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਸਮਾਹੇ। ਸੋ ਸਾਧ ਸੰਗਤ ਜੀ ਫਿਰ ਜਿਹੜੇ ਦੀਵਾਨ ਦੀ ਸੰਪੂਰਨਤਾ ਹੋਈ, ਕਹਿੰਦੇ ਮਹਾਂਪੁਰਖ ਕੀ ਕਹਿੰਦੇ ਸੀ। ਕਹਿੰਦੇ ਉਹ ਤਾਂ ਕੌੜੇ ਬਚਨ ਚਲੇ ਗਏ। ਉਨ ਜੀ ਧੂਣਾ ਤਪਾ ਕੇ ਨਾ ਧਰਤੀ ਐਨ ਅੰਗਾਰ ਨੂੰ ਗਰਮ ਕੀਤੀ। ਕਹਿੰਦੇ ਮਹਾਰਾਜ ਮੈਂ ਬੇਨਤੀ ਕੀਤੀ ਸੀ, ਆਪ ਸੰਗਤ 'ਚ ਆਉਂਦੇ ਕਿੰਨਾ ਸਤਿਕਾਰ ਪਿਆਰ ਮਿਲਦਾ, ਸਰੋਪਾ ਮਿਲਦਾ, ਤੇ ਆਪ ਜੀ ਨੇ ਕਿਰਪਾ ਨਹੀਂ ਕੀਤੀ, ਬਖਸ਼ਿਸ਼ ਨਹੀਂ ਕੀਤੀ। ਹੁਣ ਹੁਕਮ ਕਰੋ ਦਾਸ ਨੂੰ। ਮੈਂ ਤਾਂ ਨਹੀਂ ਸੀ ਆਇਆ, ਉੱਠਿਆ ਤੇ ਦੀਵਾਨ ਖੰਡਿਤ ਹੁੰਦਾ, ਬੇਅਦਬੀ ਸੀ ਇਸ ਭੈ ਵਿੱਚ। ਕਹਿਣ ਲੱਗੇ ਮੇਰੀ ਕੁਟਿਆ ਤੇਰੇ ਲਈ ਕੋਈ ਜਗ੍ਹਾ ਨਹੀਂ, ਇਹਦੇ ਉੱਤੇ ਬਹਿ ਜਾ। ਮਹਾਰਾਜ ਬਹਿ ਗਏ, ਚਿਰੜ ਚਿਰੜ ਜੀ ਸਿਰ ਫੜ ਕੇ ਪਾਸੇ ਕੀਤਾ, ਫਿਰ ਤਾਂ ਸਫਾਲੇ ਹੀ ਡਿੱਗ ਪਿਆ। ਤੇ ਮਹਾਰਾਜ ਕਹਿੰਦੇ ਸੰਤ ਜੀ ਫਕੀਰੀ ਦੀਆਂ ਮਜਲਾਂ ਦੂਰ ਆ, ਜਦੋਂ ਸੰਤ ਬਣਨਾ ਹੋਵੇ ਕਿ ਦਰਵੇਸ਼ਾਂ ਕੋ ਲੋੜੀਆ ਰੁੱਖਾਂ ਦੀ ਜੀਰਾਂਦ। ਚੰਦਨ ਨੂੰ ਕੁਹਾੜਾ ਵੱਢਦਾ, ਉਹ ਉਹਦੇ ਮੂੰਹ ਨੂੰ ਸੁਗੰਧੀ ਨਾ ਭਰ ਦਿੰਦਾ। ਜੱਟ ਦਰਖਤ ਵੱਢਦਾ, ਦਰਿਆ ਭਰਿਆ ਹੋਇਆ, ਉਹ ਕਹਿੰਦਾ ਤੂੰ ਭਾਵੇਂ ਵੱਢਿਆ, ਮੇਰੇ ਸਿਰ ਮੈਂ ਤੁਲ ਬਣ ਕੇ ਤੈਨੂੰ ਪਾਰ ਕਰ ਦਿਆਂਗਾ। ਗੱਜ ਕੇ ਬੋਲੋ। ਐਸੇ ਮਹਾਂਪੁਰਖ ਸੀ। ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉ ਬਸਦਾ, ਕੋ ਖੋਦਾ ਕੋ ਚੰਦਨ ਲੇਪ। ਐਨੀ ਖੇਮਾ, ਕਿਉਂਕਿ 5 ਬਕਾਰਾਂ ਨੂੰ ਜਿੱਤ ਲਿਆ। ਜਿਨ ਮਿਲ ਮਾਰੇ 5 ਸੂਰਬੀਰ, ਐਸੋ ਕੌਣ ਬਲੀ ਰੇ। ਜਿਨ 5 ਮਾਰ ਬਦਾਰ ਗਦਾਰੇ, ਸੂ ਪੂਰਾ ਇਸ ਕਲੀ ਰੇ। ਅੱਜ ਉਹ ਨਿੰਦਕ ਲੋਕ ਵੀ ਹੈ, ਕਹਿੰਦੇ ਬਾਬਾ ਅਤਰ ਸਿੰਘ ਤੋਂ ਪਹਿਲਾਂ ਸੰਤ ਹੀ ਨਹੀਂ ਕੋਈ ਹੋਇਆ। ਆ ਸ਼ਾਹ ਮੁਹੰਮਦ ਲਿਖਿਆ, ਵੀਰ ਸਿੰਘ ਮਾਰਿਆ ਡਾਹ ਤੋਪਾਂ, ਨਹੀਂ ਛੱਡਿਆ ਸਾਧ ਤੇ ਸੰਤ ਮੀਆਂ। ਨਰੰਗਾਬਾਦ ਵਾਲੇ ਬਾਬਾ ਮਹਾਰਾਜ ਸਿੰਘ, ਕਹਿ ਬਾਬਾ ਖੁਦਾਲ ਸਿੰਘ, ਜਿਨ੍ਹਾਂ ਨੇ ਕਾਬਲ ਦੇ ਇਲਾਕੇ ਜਾ ਜਾ ਕੇ ਸਿੱਖੀ ਦੇ ਪ੍ਰਚਾਰ ਕੀਤੇ। ਸੋ ਸਾਧ ਸੰਗਤ ਜੀ ਉਹਨਾਂ ਲੋਕਾਂ ਦੀ ਕਮਾਈ ਹੈ। ਭਬੱਕੜ ਦੀਵੇ ਦੀ ਲਾਟ ਤੇ ਜਾ ਕੇ ਆਪਣਾ ਭੱਲੂ ਲੈਗਾ, ਲਾਟ ਨੂੰ ਕੀ ਫਰਕ ਪੈਂਦਾ। ਉਹ ਤਾਂ ਰੋਸ਼ਨੀ ਸੀ, ਪ੍ਰਕਾਸ਼ ਸਨ, ਉਹਨਾਂ ਨੂੰ ਕੀ ਫਰਕ ਪੈਂਦਾ। ਉਹ ਤਾਂ ਸਭ ਦਾ ਭਲਾ ਹੀ ਮਨਾਉਂਦੇ ਆ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਫਿਰ ਕਾ ਮਹਿਲ ਤਿਨ ਪਾਇਆ RAM। ਰਮੇ ਹੋਏ RAM ਦਾ ਜਾਪ ਕਰਕੇ ਉਹਨੇ ਫਿਰ ਮਾਲਕ ਦਾ ਮਹਿਲ ਸੱਚਖੰਡ ਸਰੂਪ ਨੂੰ ਪ੍ਰਾਪਤ ਕਰ ਲਿਆ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਐਸੀ ਅਵਸਥਾ ਹੈ। ਸੋ ਸਹੁ ਅਤ ਨਿਰਮਲ ਦਾਤ
ਦਾਤਾ। ਉਹ ਸੌ ਸੌ ਮਾਲਕ ਸਦਾ ਨਿਰਮਲ, ਦਾਤਾਂ ਦੇਣ ਵਾਲਾ ਦਾਤਾ। ਤੇ ਮਹਾਂਪੁਰਖਾਂ ਦੀਆਂ ਦਾਤਾਂ ਕਿੰਨੀਆਂ ਵੰਡੀਆਂ, ਅੱਜ ਵੀ ਵੰਡੀ ਜਾ ਰਹੇ ਹਨ। ਜਿਨ ਵਿੱਚੋਂ ਆਪ ਗਵਾਇਆ ਰਾਮ। ਇਹ ਦਾਤ ਕਿਹਨਾਂ ਨੂੰ ਮਿਲਦੀ? ਜਿਨ੍ਹਾਂ ਮਹਾਂਪੁਰਖਾਂ ਨੇ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਗਵਾ ਕੇ ਨਿਮਰਤਾ ਆਦਿਕ ਗੁਣ ਧਾਰ ਲਏ ਹਨ। ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ। ਵਿੱਚੋਂ ਮੋਹ ਚੁਕਾਤਾ। ਕਦੋਂ ਮੋਹ ਦੂਰ ਹੁੰਦਾ? ਜਦ ਭਾ ਗਿਆ। ਉੱਥੇ ਮਾਤਾ ਸੇਵਾ ਕਰਦੀ ਹੁੰਦੀ ਸੀ ਨਾ ਰਾਵਲਪਿੰਡੀ, ਉਹ ਪੁੱਤ ਕਹਿਣ ਲੱਗ ਪਈ ਬਾਬਾ ਜੀ ਨੂੰ, ਕਹਿੰਦੇ ਮੈਂ ਆਪਣੀ ਮਾਤਾ ਨੂੰ ਛੱਡ ਕੇ ਹੁਣ ਇਹਨ ਪੁੱਤ ਦੀ ਮਮਤਾ ਬਣਾ ਲਈ ਤੇ ਕਸ਼ਹਿਰਾ ਸੁੱਕਣਾ ਪਾਇਆ, ਛੱਡ ਕੇ ਆ ਗਿਆ ਉੱਥੋਂ ਗੱਜ ਕੇ ਬੋਲੋ। ਕਹਿੰਦੇ ਇਹ ਤਾਂ ਉਹੀ ਮੋਹ ਜਾਲ ਫੇਰ ਪਾਉਣ ਲੱਗ ਪਈ ਮੈਨੂੰ। ਮਤਲਬ ਵਿੱਚੋਂ ਮੋਹ ਨੂੰ ਚੁਕਾ ਦਿੰਦੇ ਹਨ ਜਿਹਨੇ ਮਾਲਕ ਨੂੰ ਪਾ ਲਿਆ ਹੈ। ਹਰ ਕਾਮਣ ਮਨ ਪਾਣੀ। ਉਹ ਕਾਮਣ ਜੀਵ ਰੂਪੀ ਇਸਤਰੀ ਹਰੀ ਪਰਮਾਤਮਾ ਨੂੰ ਭਾਜਨ ਦੀ ਮਨਜ਼ੂਰ ਹੋ ਜਾਂਦੀ ਹੈ। ਅਨ ਦਿਨ ਗੁਣ ਗਾਵੇ ਨਿਤ ਸਾਚੇ। ਸੱਚੇ ਦੇ ਨਿਤ ਹਮੇਸ਼ਾ ਦਿਨ ਰਾਤ ਉਹਦੇ ਮਾਲਕ ਦੇ ਗੁਣ ਗਾਉਂਦੇ ਹਨ। ਕਥੇ ਅਕਥ ਕਹਾਣੀ। ਅਕਥਨੀ ਵਾਹਿਗੁਰੂ ਜੀ ਦੀ ਕਥਾ ਨਹੀਂ ਕੀਤੀ ਜਾਂਦੀ, ਕਲਿਆਣ ਵਾਸਤੇ ਆਪਣੇ ਲੋਕਾਂ ਦੀ ਉਹਦਾ ਜਸ ਕਥਨ ਕਰਦੇ ਹਨ। ਜੁਗ ਚਾਰੇ ਸਾਚਾ ਏਕੋ ਵਰਤੈ। ਚਾਰੇ ਜੁਗਾਂ ਸੱਚਾ ਨਿਰੰਕਾਰ ਇੱਕੋ ਇੱਕ ਵਰਤ ਰਿਹਾ ਹੈ, ਉਹਦਾ ਹੁਕਮ ਚੱਲਦਾ ਹੈ। ਬਿਨ ਗੁਰ ਕਿਨੈ ਨ ਪਾਇਆ। ਬਿਨਾਂ ਗੁਰੂ ਤੋਂ ਅੱਜ ਤੱਕ ਕਿਸੇ ਨੇ ਵੀ ਉਸ ਨਿਰੰਕਾਰ ਪਰਮਾਤਮਾ ਨੂੰ ਨਹੀਂ ਪਾਇਆ, ਕਿਉਂਕਿ ਮੂਲ ਮੰਤਰ 'ਚ ਇੱਕ ਅੱਖਰ ਲਿਖਤਾ ਨਾ ਗੁਰ ਪ੍ਰਸਾਦ, ਇਹ ਤੋਂ ਬਿਨਾਂ ਨਹੀਂ ਗੱਲ ਬਣਨੀ। ਗੁਰੂ ਦੀ ਕਿਰਪਾ ਨੇ ਪ੍ਰਾਪਤ ਹੁੰਦਾ ਹੈ। ਨਾਨਕ ਰੰਗ ਰਵੈ ਰੰਗ ਰਾਤੀ। ਉਹਦੇ ਰੰਗ ਪਿਆਰ ਵਿੱਚ ਰੱਤੇ ਹੋਏ ਦਿਨ ਰਾਤ ਉਹਦਾ ਨਾਮ ਜਪਦੇ ਕਮਾਈ ਕਰਦੇ ਕਰਾਉਂਦੇ ਹਨ। ਜਿਨ ਹਰ ਸੇਤੀ ਚਿਤ ਲਾਇਆ। ਜਿਨ੍ਹਾਂ ਨੇ ਹਰੀ ਨਿਰੰਕਾਰ ਦੇ ਸੇਤੀ ਸਹਿਤ ਆਪਣੀ ਚਿੱਤ ਦੀ ਬਿਰਤੀ ਨੂੰ ਲਾਇਆ, ਸ਼ਬਦ ਸੁਰ ਦਾ ਅਭਿਆਸ ਕਰ ਕਰਕੇ ਉਸ ਮਜਲ ਨੂੰ ਪਾ ਲੈਂਦੇ ਹਨ। ਕਾਮਣ ਮਨ ਸੋਹਿਲੜਾ। ਉਹ ਜੀਵ ਰੂਪੀ ਇਸਤਰੀਆਂ ਦੇ ਮਨ 'ਚ ਸਦਾ ਹੀ ਸੋਹਿਲੜਾ ਆਨੰਦ ਬਣਿਆ ਰਹਿੰਦਾ ਹੈ। ਸਾਜਨ ਮਿਲੇ ਪਿਆਰੇ RAM। ਸੱਜਣ ਸਰੂਪੀ ਪਰਮਾਤਮਾ ਕਲਗੀਆਂ ਵਾਲੇ ਉਹਨਾਂ ਨੂੰ ਮਿਲ ਗਏ, ਭਾਵ ਉਹਨਾਂ ਨਾਲ ਅਭੇਦ ਹੋ ਕੇ ਰਹਿੰਦੇ ਹਨ, ਅਦਵੈਤਤਾ ਦਾ ਆਨੰਦ ਮਾਣਦੇ ਹਨ। ਗੁਰਮਤੀ ਮਨ ਨਿਰਮਲ ਹੋਆ। ਗੁਰੂ ਦੀ ਮੱਤ ਧਾਰਨ ਕਰਕੇ ਉਹਨਾਂ ਦਾ ਮਨ ਨਿਰਮਲ ਹੋ ਗਿਆ। ਜਿਵੇਂ ਕਬੀਰ ਸਾਹਿਬ ਕਹਿੰਦੇ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ। ਕਬੀਰ ਜਿਹੜਾ ਪੁੱਤ ਪਿਆਰਾ ਹੋਵੇ ਨਾ, ਮਾਂ ਪਿਓ ਦਾ ਨਾਂ ਲਈ ਜਾਣਗੇ ਬਾਰ-ਬਾਰ, ਇਹ ਸਾਨੂੰ ਵਡਿਆਈ ਦਵਾ ਰਿਹਾ। ਤੇ ਜਿਹੜੇ ਸੰਤ ਭਗਤ ਉਹਦੇ ਪਿਆਰੇ ਹੋ ਜਾਂਦੇ ਨਾ, ਤੇ ਰਵਿਦਾਸ ਨੇ ਕਿਹਾ ਸੀ ਨਾ, ਮੈਂ ਮਹਾਰਾਜ ਤੁਹਾਡਾ ਨਾਮ ਜਪ ਕੇ ਮੁਕਤ ਹੂੰ, ਤੁਸੀਂ ਕਿਹਦਾ ਨਾਮ ਜਪਦੇ ਆ? ਕਹਿੰਦੇ ਮੈਂ ਆਪਣੇ ਪਿਆਰਿਆਂ ਦਾ ਨਾਮ ਜਪਦਾ, ਸੰਤਾਂ ਭਗਤਾਂ ਦਾ। ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਜਿਹੜੇ ਅਤਰਮੰਗ ਦੁਨੀਆ ਤੇ ਸਗੰਧੀ ਖਿਲਾਰ ਗਏ ਹਨ। ਹਰ ਰਾਖਿਆ ਉਰ ਤਾਰੇ RAM। ਉਹਨਾਂ ਨੇ ਰਮੇ ਹੋਏ ਰਾਮ ਨੂੰ, ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ। ਜਿਵੇਂ ਕਸਤੂਰੀ ਹਰਨ ਦੀ ਨਾਭੀ 'ਚ ਹੁੰਦੀ, ਸਗੰਧੀ ਦਿੰਦੀ ਆ ਨਾ, ਪਰ ਉਹ ਤਾਂ ਗੁਪਤ ਰੱਖਦਾ ਮੌਤ ਦਾ ਕਾਰਨ। ਪਰ ਮਹਾਂਪੁਰਖਾਂ ਨੇ ਜਿਹੜੀ ਨਾਮ ਭਗਤੀ ਦੀ ਕਸਤੂਰੀ ਹੈ, ਇਹਦੀ ਮਹਿਕ ਪ੍ਰਚਾਰ ਕਰ ਕਰਕੇ ਸਾਰੇ ਸੰਸਾਰ ਤੇ ਖਿਲਾਰਦੇ ਹਨ। ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ। ਹਰੀ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ 'ਚ ਕੀਮਤੀ ਜਾਣ ਕੇ ਧਾਰ ਕੇ ਰੱਖਿਆ ਤੇ ਸਾਰੇ ਨਾਮ ਦੀ ਬਰਕਤ ਨਾਲ ਕਾਰਜ ਸਵਾਰਦੇ ਹਨ। ਗੁਰਮਤੀ ਹਰ ਜਾਤਾ। ਗੁਰੂ ਦੀ ਮੱਤ ਧਾਰਨ ਕਰਕੇ ਹਰੀ ਨਿਰੰਕਾਰ ਨੂੰ ਜਾਤਾ ਮੈਨੇ ਜਾਣ ਲਿਆ ਤੇ ਪ੍ਰੇਮੀਆਂ ਨੂੰ ਜਣਾ ਦਿੰਦੇ ਹਨ। ਪ੍ਰੀਤਮ ਮੋਹ ਲਿਆ ਮਨ ਮੇਰਾ। ਉਹ ਪ੍ਰੀਤਮ ਨੇ ਮਨ ਮੋਹ ਲਿਆ। ਜਿਹੜੇ ਜਾਰਜ ਪੰਜਮ ਕਹਿੰਦਾ ਇਹ ਕੌਣ ਹੈ? ਇੰਨਾ ਤੇਜ ਪ੍ਰਤਾਪ ਮਹਾਰਾਜ ਦਾ। ਕਹਿਣ ਲੱਗੇ ਜੀ ਇਹ ਸਿੱਖਾਂ ਦੇ ਪਾਦਰੀ ਹੈ। ਉਹਨੇ ਹੈਟ ਲਾ ਕੇ ਸਲੂਟ ਕੀਤਾ, ਕਹਿੰਦੇ ਨਹੀਂ ਇਹ ਤਾਂ ਸਾਡੇ ਈਸਾ ਜੀ ਆ। ਈਸਾ ਸੁਣਿਆ ਸੀ, ਕ੍ਰਾਈਸਟ, ਜਿਹਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ। ਉਹਨੇ ਨੋਟ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਸਾਡੇ ਮਨਮੁਖੋਂ ਕਈਆਂ ਕੋਈ ਨਿੰਦਿਆ। ਜਿਹਦੇ ਰਾਜ ਸੂਰਜ ਨਹੀਂ ਛਿਪਦਾ ਉਹ ਮੱਥੇ ਟੇਕ ਰਿਹਾ, ਪਰ ਕਮਾਈ
ਸੋ ਇਸ ਕਰਕੇ ਮਹਾਰਾਜ ਜਿਹੜੇ ਉਹਦੇ ਰੰਗ ਵਿੱਚ ਰੱਤੇ, ਉਹਨਾਂ ਦੀ ਮਹਿਮਾ ਐਸੀ ਹੁੰਦੀ ਹੈ। ਪਾਇਆ ਕਰਮ ਵਿਦਾਤਾ, ਕਰਮਾਂ ਦੇ ਲੇਖ ਲਿਖਣ ਵਾਲਾ ਵਿਧਾਤਾ ਜਿਹੜਾ ਪਰਮੇਸ਼ਰ ਸੀ ਨਾ, ਉਹਨਾਂ ਨੇ ਉਹਨੂੰ ਪਾ ਲਿਆ ਹੈ। ਸਤਿਗੁਰ ਸੇਵ ਸਦਾ ਸੁਖ ਪਾਇਆ, ਸਤਿਗੁਰੂ ਦੀ ਸੇਵਾ ਕਰਕੇ ਸਦੀ ਵੀ ਆਤਮਾ ਰੂਪੀ ਸੁਖ ਜਿਹੜਾ ਉਹਨਾਂ ਨੇ ਪਾ ਲਿਆ ਹੈ। ਹਰ ਵਸਿਆ ਮਨ ਮੁਰਾਰੇ, ਹਰੀ ਨਿਰੰਕਾਰ ਮਨ ਰੂਪੀ ਮੁਰਦੈਂਤ ਨੂੰ ਮਾਰਨ ਵਾਲਾ ਪਰਮੇਸ਼ਰ ਉਹਨਾਂ ਦੇ ਹਿਰਦੇ 'ਚ ਵਸ ਗਿਆ ਹੈ। ਨਾਨਕ ਮੇਲ ਲਈ ਗੁਰ ਆਪਣਾ, ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦੁਆਰਾ ਤੀਸਰੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਉਹਨਾਂ ਗੁਰਮੁਖਾਂ ਨੂੰ ਨਿਰੰਕਾਰ ਨੇ ਆਪਣੇ ਚਰਨਾਂ ਨਾਲ ਮਿਲਾ ਲਿਆ ਹੈ। ਗੁਰ ਕੈ ਸ਼ਬਦ ਸਵਾਰੇ, ਉਹਦੇ ਸ਼ਬਦ ਦੀ ਕਮਾਈ ਕਰਕੇ ਉਹਨੇ ਆਪਣਾ ਆਪ ਸਵਾਰ ਲਿਆ ਹੈ। ਨਾਨਕ ਮੇਲ ਲਈ ਗੁਰ ਆਪਣਾ, ਗੁਰ ਕੈ ਸ਼ਬਦ ਸਵਾਰੇ। ਸਤ ਸੰਗਿਓ, ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਦਾ ਇਹ ਜਨਮ ਉਤਸਵ ਮਨਾਉਣ ਵਾਲੇ ਇਹਨਾਂ ਸੁਭਾਗੇ ਦਿਨਾਂ, ਸੁਭਾਗੀਆਂ ਘੜੀਆਂ ਵਿੱਚ ਆਪ ਜੀ ਨੂੰ ਵੀ ਸਮਾਂ ਮਿਲਿਆ, ਮੈਨੂੰ ਵੀ ਮਿਲਿਆ। ਆਪਾਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਮਹਾਰਾਜ ਤੁਸੀਂ ਸਮਰਾਥਿਆਂ, ਸਰਬਾਗਿਆਂ, ਨਿਰੰਕਾਰ ਨਾਲ ਭੇਦ ਸਰੂਪ ਹੋ। ਪਿੱਛੇ ਵੀ ਕਿੰਨੀਆਂ ਸੰਗਤਾਂ ਨੂੰ ਤਾਰਿਆ, ਹੁਣ ਵੀ ਕਿਰਪਾ ਕਰਦੇ ਆ। ਸਾਡੇ ਕਲਯੁਗੀ ਜੀਵਾਂ ਦੇ ਕਰਮ ਤਾਂ ਇਹੋ ਜਿਹਾ ਹੀ ਹੈ। ਤੁਸੀਂ ਆਪਣੀ ਮਿਹਰ ਕਰ ਦਿਓ। ਹੁਣ ਜਹਾਜ਼ ਪਾਇਲਟ ਹੁੰਦਾ ਨਾ, ਉਹ ਜਾਗਦਾ ਹੋਵੇ ਤੇ ਕਿੰਨੀਆਂ ਸਵਾਰੀਆਂ ਲੈ ਜਾਂਦਾ। ਬੱਸ ਦਾ ਡਰਾਈਵਰ, ਬੇੜੀ 'ਚ ਮਲਾਹ ਕਿੰਨੇ ਪੂਰਿਆਂ ਦੇ ਪੂਰ ਲੈ ਜਾਂਦਾ। ਇੱਕ ਤਾਂ ਲਾਠੀ ਹੁੰਦੀ ਨਾ, ਆਪ ਤਰਦੀ, ਦੂਏ ਨੂੰ ਨਹੀਂ ਤਾਰਦੀ। ਇੱਕ ਬੇੜੀ ਹੁੰਦੀ ਚੰਦ ਬੰਦਿਆਂ ਨੂੰ, ਇੱਕ ਬੇੜਾ ਹੁੰਦਾ, ਆ ਬੜੇ ਬੜੇ ਟਰਾਲੇ ਲੱਦੇ ਜਾਂਦੇ। ਬਲੈਤਾਂ ਜਾ ਕੇ ਦੇਖਿਆ। ਤੇ ਮਹਾਂਪੁਰਖਾਂ ਦਾ ਜਿਹੜਾ ਜੀਵਨ ਆ, ਇੱਕ ਤਾਂ ਸਾਹ ਸੀ ਪੰਡਤ ਗੁਰੂ ਹੁੰਦਾ, ਦੱਸਤਾ ਪਏ ਮਕਾਨ ਦੀ ਨੀਂਹ ਰੱਖ ਲਾ, ਮੱਝਗਾਂ ਫਲਾਨਾ ਤੇ ਮਕੜਾ ਜੋਤਸ਼ੀਆਂ ਵਾਲੀ। ਇੱਕ ਸਾਧ ਸੰਗਤ ਜੀ ਚੰਦਨ ਆ, ਕੁਝ ਦਰਖਤਾਂ ਨੂੰ ਸੁਗੰਧੀ ਵਾਲੇ। ਇੱਕ ਪਾਰਸ ਆ, ਕੁਝ ਧਾਤਾਂ ਨੂੰ ਸੋਨਾ ਬਣਾਉਂਦਾ, ਸਾਰੀਆਂ ਨੂੰ ਨਹੀਂ, ਪਰ ਉਹ ਤੋਂ ਗਾਂਹ ਨਹੀਂ ਬਣਦਾ। ਇੱਕ ਸਾਧ ਸੰਗਤ ਜੀ ਦੀਪਕ ਆ, ਭਰਿੰਗੀ ਆ, ਆਪਣੇ ਵਰਗਾ ਕੀੜਾ, ਸਾਰਿਆਂ ਨੂੰ ਨਹੀਂ। ਦੀਵੇ ਤੋਂ ਜਿੰਨੇ ਮਰਜ਼ੀ ਦੀਵੇ ਜਗਾ ਲਓ, ਉਹਦੀ ਲਾਈਟ 'ਚ ਫਰਕ ਪੈਂਦਾ। ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਕਿੰਨੇ ਦੀਪਕ ਜਗਾਏ। ਜੇ ਉਹਨਾਂ ਮਹਾਂਪੁਰਖਾਂ ਦੀਆਂ ਲਿਸਟਾਂ ਵਰਣਨ ਕਰ ਲਗੀਏ, ਉਹ ਨਵਾਂ ਕਿਤਾਬ 'ਚ ਹੋਰ ਬਣ ਜਾਂਦਾ ਹੈ। ਨਵਾਂ ਇਤਿਹਾਸ। ਏਡੀ ਵੱਡੀ ਉਹ ਕਿਰਪਾ, ਏਡੀ ਵੱਡੀ ਬਖਸ਼ਿਸ਼ ਕਰਕੇ ਗਏ। ਆ ਜੋ ਕੁਝ ਨਜ਼ਰ ਆ ਰਿਹਾ, ਇਹ ਉਹਨਾਂ ਦੀ ਮਹਿਮਾ, ਉਹਨਾਂ ਦੀ ਬਰਕਤ ਆ। ਆ ਬੱਚਿਆਂ ਦੇ ਦਰਸ਼ਨ, ਉਹ ਵੀ ਬੱਚੇ ਆ, ਰੋਮਾਂ ਵੀ ਬੇਅਦਬੀ ਕੀਤੀ, ਬੀੜੇ ਚੱਬਦੇ ਆ, ਨਸ਼ੇ ਪੱਤੇ ਕਰਦੇ ਆ, ਜੀਵਨ ਗਵਾ ਚੁੱਕੇ ਆ, ਇਹ ਵੀ ਬੱਚੇ ਆ। ਇਹਨਾਂ ਦੇ ਵੀ ਕਰਮ ਚੰਗੇ ਆ, ਇਹਨਾਂ ਨੂੰ ਸੰਗਤ ਮਿਲ ਗਈ। ਬਾਬਾ ਤੇਜਾ ਸਿੰਘ, ਬਾਬਾ ਅਕਵਾਲ ਸਿੰਘ ਕਾਕਾ ਜੀ ਕਿੰਨੀ ਮਿਹਨਤ, ਕਿੰਨੀ ਮਸ਼ੱਕਤ ਕਰਦੇ ਆ। ਆਪਣਾ ਜੀਵਨ ਬੇਹੰਗਮੀ ਆ। ਅੱਠੀ ਪੈਰੀ 2 ਵੇਲੇ 2 ਰੋਟੀਆਂ, ਇੰਨਾ ਹੀ ਜੀਵਨ ਹੈ ਨਾ। ਬੇਹੰਗਮ ਦਾ ਕਿੰਨਾ ਕੁ ਜੀਵਨ ਹੁੰਦਾ। ਆ ਜਿਹੜਾ ਜਿਹੜੇ ਖਿਲਾਰੇ ਪਸਾਰੇ ਕਰ ਰਹੇ ਆ, ਇਹ ਖਾਲਸਾ ਪੰਥ ਦੀ ਚੜ੍ਹਦੀ ਲਈ ਕਰ ਰਹੇ ਆ, ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਤਰੱਕੀ ਹੋਵੇ। ਇਹ ਮਹਾਂਪੁਰਖਾਂ ਦੀ ਕਿੰਨੀ ਮਸ਼ੱਕਤ, ਕਿੰਨੀ ਮਿਹਨਤ। ਅਸੀਂ ਇਹਨਾਂ ਮਹਾਂਪੁਰਖਾਂ ਨੂੰ ਵੀ ਨਮਸਕਾਰ ਕਰਦੇ ਹਾਂ। ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਤੇਜਾ ਸਿੰਘ ਜੀ, ਸੰਤ ਬਾਬਾ ਅਕਵਾਲ ਸਿੰਘ ਜੀ ਬਿਰਧ ਸਰੀਰ ਹੈ, ਪਰ ਗੁਰਮੁਖ ਬੁੱਢਾ ਕਦੇ ਨਹੀਂ। ਜਿਨ ਅੰਤਰ ਸੁਰਤ ਗਿਆਨ। ਡਾਇਰੈਕਟਰ ਸੀਗੇ, ਬੜੇ ਅਮੀਰ ਘਰ ਦੇ ਸੀ। ਬਾਬਾ ਖੇਮ ਸਿੰਘ, ਉਹ ਕਹਿੰਦੇ ਮੈਂ ਗਰੀਬ ਹੁੰਦਾ ਸੀ। ਇੱਕ ਵਾਰੀ ਸੁਣਾਇਆ ਵੀ ਬਾਬਾ ਜੀ ਨੇ ਮੇਰੀ ਸਹਾਇਤਾ ਕਰਨੀ, ਪਰ ਉਹ ਵਾਹਿਗੁਰੂ ਪਿਆਰੇ ਕਿੰਨੀ ਸੇਵਾ ਨਿਭਾਵੇ। ਹੋਰ ਕਿੰਨੇ ਸੇਵਾਦਾਰ ਜਿਹੜੇ ਜਥੇਬੰਦੀ ਦਿਨ ਰਾਤ ਮਿਹਨਤ ਕਰਦੇ ਆ, ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਕਿ ਮਹਾਂਪੁਰਖਾਂ ਨੇ ਆ ਕਿੰਨੇ ਬੂਟੇ ਲਾਏ ਆ, ਲਾਈ ਜਾ ਰਹੇ ਆ। ਧੰਨ ਧੰਨ ਬਾਬਾ ਅਤਰ ਸਿੰਘ ਦੀ ਕਮਾਈ ਫੈਲ ਰਹੀ ਹੈ। ਇਹ ਉਹਨਾਂ ਦੀ ਆਪਣੀ ਕਮਾਈ ਹੈ, ਇਹ ਉਹਨਾਂ ਦੀ ਬਰਕਤ ਹੈ।
ਸੋ ਸਾਧ ਸੰਗਤ ਜੀ, ਮਹਾਂਪੁਰਖਾਂ ਦਾ, ਸਾਰੀਆਂ ਸੰਗਤਾਂ ਦਾ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਨਗਰ ਪੰਚਾਇਤ ਦਾ, ਸਰਪੰਚ ਸਾਹਿਬ, ਸਾਰੇ ਗ੍ਰੰਥੀ ਸਿੰਘ, ਰਾਗੀ ਸਿੰਘ, ਸਾਰੇ ਵਿਦਿਆਰਥੀਆਂ ਦਾ ਵੀ, ਕਿਉਂਕਿ ਸਾਲ ਪਿੱਛੋਂ ਆਪਾਂ ਨੂੰ ਇਹ ਦਿਨ ਮਿਲਦੇ ਗਿਣਤੀ ਦੇ, ਤੇ ਜਿਨ੍ਹਾਂ ਦਾ ਹਾਜ਼ਰੀ ਲੱਗ ਗਈ ਸਮਝੋ ਗੁਰੂ ਨਾਨਕ ਸਾਹਿਬ ਦੇ ਰਜਿਸਟਰ 'ਚ ਨਾਂ ਦਰਜ ਹੋ ਗਿਆ, ਦਾਖਲਾ ਮਿਲ ਜਾਂਦਾ, ਦਾਖਲਾ। ਇਹ ਕਿਰਪਾ ਕਰ ਦਿੰਦੇ, ਉਹ ਬਖਸ਼ਿਸ਼ ਕਰ ਦਿੰਦੇ ਆ। ਤੇ ਬਖਸ਼ਿਸ਼ ਲੈਣ ਵਾਸਤੇ ਦੇਖੋ ਸਾਨੂੰ ਵੀ ਮਹਾਂਪੁਰਖਾਂ ਨੇ ਉਦਮ ਬਖਸ਼ਿਆ, ਕਿਰਪਾ ਕੀਤੀ ਕਿ ਮਹਾਂਪੁਰਖਾਂ ਦੀ ਪਵਿੱਤਰ ਧੂੜੀ ਜਿਹੜੀ ਹੈ, ਧੂੜੀ ਵਿੱਚ ਲੋੜੰਦੜੀ ਸੋਹਾਂ ਨਾਨਕ ਤੈਂ ਸਹਿ ਨਾਲੇ, ਜਿਨ੍ਹਾਂ ਦਸੰਦੜਿਆਂ ਗੁਰ ਦੁਰਮਤ ਵੰਜੈ ਮਿੱਤਰ ਸਾਡੜੇ ਸਈ, ਹੋਂ ਢੁਢੇਂਦੀ ਜਗ ਸਵਾਇਆ ਜਨ ਨਾਨਕ ਬਿਰਲੇ ਕਈ। ਧੰਨ ਧੰਨ ਬਾਬਾ ਅਤਰ ਮਜਲੇ ਆਇਓ ਤੂੰ ਰਸਤੇ 'ਚ, ਅਤਲੇ ਵਾਲੇ, ਘੁਣਸਾਂ ਵਾਲੇ, ਮਸਤੂਆਣੇ ਵਾਲੇ, ਕੈਸੀਆਂ ਸ਼ਖਸੀਅਤਾਂ ਹੋਈਆਂ। ਬਾਬਾ ਜਵਾਲਾ ਸਿੰਘ ਮਹਾਰਾਜ, ਬਾਬਾ ਕਰਮ ਸਿੰਘ, ਸੰਤ ਸੁੰਦਰ ਸਿੰਘ ਭਿੰਡਰਾਂ ਵਾਲੇ, ਬਾਬਾ ਨੰਦ ਸਿੰਘ ਕਲੇਰਾਂ ਵਾਲੇ, ਕਿੰਨੇ ਮਹਾਂਪੁਰਖ, ਬਾਬਾ ਹਰਨਾਮ ਭੁੱਚੋਂ ਵਾਲੇ। ਕੱਲ੍ਹ ਉਹਨਾਂ ਦਾ ਜਨਮ ਦਿਨ ਆ, ਮਨਸੂਰਵਾਲ ਉਹਨਾਂ ਦੇ ਜਨਮ ਨਗਰ। ਬਾਬਾ ਹਰਨਾਮ ਸਿੰਘ ਜੀ ਮਹਾਰਾਜ ਭੁੱਚੋਂ ਵਾਲੇ, ਸੰਤ ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲੇ, ਕੈਸੇ ਮਹਾਂਪੁਰਖ ਹੋਏ, ਕਮਾਈਆਂ ਵਾਲੇ। ਉਹਨਾਂ ਮਹਾਂਪੁਰਖਾਂ ਨੂੰ ਬਾਰ-ਬਾਰ ਨਮਸਕਾਰ ਹੈ। ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ, ਅੱਜ ਤੁਹਾਡੀ ਜਨਮ ਰਗਰੀ, ਤੁਹਾਡੇ ਜਨਮ ਸਥਾਨ ਦੀ ਇਹ ਪਵਿੱਤਰ ਜਿਹੜੀ ਧੂੜੀ ਹੈ, ਰਾਖ ਹੈ, ਮੱਥੇ ਨੂੰ ਲਾਉਣ ਲਈ ਆਏ ਹੈ ਕਿ ਸਾਡੀਆਂ ਤਕਦੀਰਾਂ ਵੀ ਪਲਟ ਦਿਓ, ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ। ਅਰਦਾਸ ਕਰਨੀ ਹੈ, ਹਮ ਅਵਗੁਣ ਪਰੇ ਏ ਗੁਣ ਨਾਹੀ, ਅੰਮ੍ਰਿਤ ਛਾੜ ਬੇਖੈ ਬੇਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੋ ਦਾਰਾ ਸੂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਰੰਤ ਜਮਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣ ਆਈ। ਆਪਣੀ ਸ਼ਰਨ ਦਿਓ, ਆਪਣੇ ਚਰਨਾਂ ਦਾ ਪਿਆਰ ਦਿਓ। ਕਲਯੁਗ ਦਾ ਜੋਰ ਆ, ਮਨਮੁਖਤਾ ਬਹੁਤ ਫੈਲੀ ਹੈ, ਕਿਰਪਾ ਕਰੋ ਗੁਰਸਿੱਖੀ ਨਾਮ ਬਾਣੀ ਨਾਲ ਜੁੜੇ ਰਹੀਏ, ਬਖਸ਼ਿਸ਼ਾਂ ਕਰ ਦਿਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਤੇ ਬੜਾ ਉਦਮ ਹੋਇਆ ਮਹਾਂਪੁਰਖਾਂ ਨੇ, ਕਾਕਾ ਜੀ ਬੜੀ ਰੁਚੀ ਸੀ ਉਹਨਾਂ ਦੀ, ਤੇ ਹੁਣ ਸੀ ਵੀ ਟਾਈਮ ਤੇ 7:30 ਦਾ ਹੀ ਹੁੰਦਾ, ਪਰ ਹੁਣ ਤਾਂ ਆਪਾਂ 8:30 ਦੇ ਨੇੜੇ ਹੀ ਚਲੇ ਗਏ ਹਾਂ, ਕਿਉਂ ਉਦੋਂ 2 ਘੰਟੇ ਰੱਖਿਆ ਸੀ ਨਾ, ਤੇ ਕਈ ਵਾਰੀ ਫਿਰ ਓਵਰ ਟਾਈਮ ਵੀ ਲਾਉਣਾ ਪੈ ਜਾਂਦਾ ਬਈ, ਜਿਹੜੇ ਇਮਤਿਹਾਨ ਨੇੜੇ ਹੋਣ ਨਾ, ਫਿਰ ਹੁੰਦਾ ਵੀ ਚੰਗੇ ਨੰਬਰ ਲੈ ਜਾਣਗੇ। ਸੋ ਇਸ ਕਰਕੇ ਬਾਬਾ ਅਤਰ ਸਿੰਘ ਦੇ ਚਰਨਾਂ 'ਚ ਆ ਕੇ ਰੂਹ ਇੰਨੀ ਖਿੜ ਜਾਂਦੀ ਹੈ, ਮਨ ਨੂੰ ਇੰਨਾ ਸਕੂਨ ਮਿਲਦਾ ਹੈ, ਮਨ ਨੂੰ ਇੰਨੀ ਸ਼ਾਂਤੀ ਮਿਲਦੀ ਹੈ, ਉਹਨਾਂ ਦਾ ਨਾਂ ਲੈਣ ਨਾਲ ਠੰਡ ਪੈਂਦੀ ਹੈ। ਧੰਨ ਮਹਾਂਪੁਰਖੋ, ਕਿਰਪਾ ਕਰ ਦਿਓ, ਸਾਡੇ ਅੰਦਰ ਜਿਹੜੀ ਆ ਈਰਖਾ ਦੀ, ਨਿੰਦਿਆ ਦੀ, ਚੁਗਲੀਆਂ ਦੀ, ਔਗਣਾਂ ਦੀ ਦਰਗੰਧੀ ਹੈ, ਦੂਰ ਕਰ ਦਿਓ। ਤੁਹਾਡਾ ਪਵਿੱਤਰ ਨਾਮ ਬਾਬਾ ਅਤਰ ਸਿੰਘ ਸਾਡੇ ਅੰਦਰ ਵੀ ਨਾਮ ਬਾਣੀ ਦੀ ਸੁਗੰਧੀ ਪੈਦਾ ਕਰ ਦਿਓ। ਇਹ ਅਰਦਾਸ ਹੈ ਉਹਨਾਂ ਦੇ ਚਰਨਾਂ 'ਚ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਮਹਾਂਪੁਰਖਾਂ ਦਾ, ਸਾਰੀਆਂ ਸੰਗਤਾਂ ਦਾ ਫਿਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।